ਜੇ ਕਦੀ ਭਾਰਤ ਟੁੱਟੇਗਾ ਜੀ, ਉਹ ਕਈ ਹਿੱਸਿਆਂ 'ਚ ਟੁੱਟੇਗਾ। ਬਹੁਤ ਸਾਰੀਆਂ ਛੋਟੀਆਂ ਉੱਥੇ ਜਦੋਜਹਿਦਾਂ ਚੱਲਦੀਆਂ ਪਈਆਂ ਨੇ, ਜਿਹੜੀਆਂ ਹੁਣ ਤੱਕ ਦਬਾਈਆਂ ਜਾ ਚੁੱਕੀਆਂ ਨੇ ਬਹੁਤ ਵਾਰੀ। ਔਰ ਸਿੱਖ ਸੰਘਰਸ਼ ਵੀ ਇਸੇ ਦੇ ਨਾਲ ਹੀ ਕਿਤੇ ਨਾ ਕਿਤੇ ਜੁੜਿਆ ਹੋਇਆ ਸੀ। ਉਹਦੇ ਸਾਡੇ ਅਤੀਤ ਦੇ ਵਿੱਚ ਜੋ ਕੁਝ ਵਾਪਰਿਆ, ਉਹਦੇ ਵਿੱਚ ਹਮਲਾ ਜਿਹੜਾ ਉਹ ਡਾਇਰੈਕਟ ਜਾਂ ਹਰਿਮੰਦਰ ਤੇ ਹੈ ਜਾਂ ਅਕਾਲ ਤਖਤ ਸਾਹਿਬ ਜੀ ਦੀ, ਉਹਦੀ ਵੱਖਰੀ ਇੱਕ ਪਹਿਚਾਣ ਹੈ। ਤੋ ਅਸੀਂ ਸਾਡਾ ਇਹਦੇ ਤੇ ਚਿੰਤਨ ਕਰਨ ਦਾ ਜਿਹੜਾ ਵੇ ਆ ਉਹ ਬਹੁਤ ਸੂਖਮ, ਨਿਰਲੇਪ ਔਰ ਬੜੀ ਸਹਿਜਤਾ ਵਾਲਾ ਹੋਣਾ ਚਾਹੀਦਾ ਵੀ ਅਸੀਂ ਉਹਨੂੰ ਉਵੇਂ ਵੇਖ ਸਕੀਏ। 3 ਦਿਨ ਉੱਥੇ ਲਗਾਤਾਰ ਗੋਲੀ ਚੱਲੀ ਹੈ, 4 ਦੀ ਸਵੇਰ ਤੋਂ ਲੈ ਕੇ 6 ਦੇ ਦਿਨ ਚੜ੍ਹਾ ਤੱਕ। ਬਿਲਕੁਲ ਜਦੋਂ ਤੱਕ ਉਹਨਾਂ ਨੇ ਢੇਰੀ ਨਹੀਂ ਕਰ ਦਿੱਤਾ ਸਭ ਕੁਝ। ਹਾਂਜੀ, ਉਹਦੇ ਬੰਬ ਚੱਲੇ, ਗੋਲੀਆਂ, ਟੈਂਕ, ਸਭ ਕੁਝ ਹੀ, ਹੈ ਨਾ। ਹੁਣ ਉਹ ਸਾਰਾ ਵਰਤਾਰਾ ਨਫ਼ਰਤ ਦੇ ਵਿੱਚੋਂ ਨਿਕਲ ਰਿਹਾ ਵੀ ਹਰਿਮੰਦਰ ਸਾਹਿਬ ਸੁਰੱਖਿਅਤ ਨੇ, ਕੋਠਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਹੋਇਆ, ਹੈ ਨਾ, ਵੀ ਉੱਥੇ ਪੂਰੀ ਜਦੋਜਹਿਦ ਚੱਲ ਰਹੀ ਹੈ ਵੀ ਉਹ ਸੰਗਤਾਂ ਨੂੰ ਸੇਫ ਕਰਨ ਦੀ, ਬਚਾਉਣ ਦੀ। ਪਰ ਇਹ ਸਾਰਾ ਪੁਲਿੰਦਾ ਝੂਠ ਹੈ। ਬਿਲਕੁਲ, ਉਹ ਤਾਂ ਦਿਖਦਾ ਸੀ। ਤੁਹਾਨੂੰ ਪਤਾ ਜੀ, ਇਸਤਰੀਆਂ ਨੇ, ਬਜ਼ੁਰਗ ਨੇ, ਤੁਸੀਂ ਉਹਨਾਂ ਨੂੰ ਪਾਣੀ ਤੋਂ ਤੜਫਦੇ ਹੋ, ਵਿਚਾਰੇ ਮਰਨ ਦੇ ਨੇ, ਤੇ ਤੁਸੀਂ ਉਹਨਾਂ ਨੂੰ ਠੁੱਡੇ ਮਾਰ ਰਹੇ ਹੋ। ਵੀ ਮਰਿਆਂ ਨੂੰ ਵੀ ਮਾਰੀ ਗਏ, ਮਰਿਆਂ ਨੂੰ। ਘਟਨਾਵਾਂ ਬਹੁਤ ਨੇ। ਅਸੀਂ ਉਹਨਾਂ ਨੂੰ ਵੇਖਣਾ ਕਿਸ ਨਜ਼ਰੀਏ ਤੋਂ ਹੈ। ਜਦੋਂ ਵੀ ਅਸੀਂ ਵੇਖਦੇ ਹੋਈਏ, ਮਨੁੱਖਤਾ ਦੇ ਪ੍ਰਤੀ ਸਾਡੇ ਅੰਦਰ ਨਫ਼ਰਤ ਦਾ ਭਾਵ ਪੈਦਾ ਨਹੀਂ ਹੋਣਾ ਚਾਹੀਦਾ। ਕੀ ਕਾਰਨ ਆ ਵੀ ਅਸੀਂ ਅੱਜ ਤੱਕ ਇੱਕ ਨੋਬਲ ਪ੍ਰਾਈਜ਼ ਵਿਜੇਤਾ ਵੀ ਪੈਦਾ ਨਹੀਂ ਕਰ ਸਕੇ? 84 ਦੇ ਸਾਡੇ ਆਗੂ ਨੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਹਾਂਜੀ, ਹੈ ਨਾ। ਉਹਦੇ ਵਿੱਚ ਉਹਨਾਂ ਦੇ ਵਿੱਚ ਭਗਤੀ ਭਾਵ ਜਿਹੜਾ ਉਹ ਅਸੀਂ ਸਾਰੇ ਉਹਦੇ ਤੋਂ ਜਾਣੂ ਆ ਵੀ ਕਿਸ ਕਿਸਮ ਦਾ ਹੈ। ਹੁਣ ਆਪਾਂ ਗੱਲ ਕਰਾਂਗੇ ਜੀ ਐਮੀਨੈਂਟ ਸਿੱਖ ਸਕਾਲਰ ਡਾਕਟਰ ਦਲਜੀਤ ਸਿੰਘ ਜੀ ਦੇ ਨਾਲ। ਅੱਜ ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਘੱਲੂਘਾਰਾ ਦਿਵਸ ਹੈ, ਤੇ ਸਵੇਰੇ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਦੋਂ ਇਹ ਦਿਨ ਆਉਂਦੇ ਨੇ ਤੇ ਸਾਨੂੰ ਆਪਣਾ ਅਤੀਤ ਚੇਤੇ ਆ ਜਾਂਦਾ, ਕਿਉਂਕਿ ਨੋ ਡਾਊਟ ਹੈ ਜੇ ਭਾਵੇਂ ਉਦੋਂ ਛੋਟੇ ਹੀ ਸਾਂ, ਪਰ ਇੰਨੇ ਛੋਟੇ ਵੀ ਨਹੀਂ ਸੀ ਵੀ ਸਾਨੂੰ ਕੋਈ ਪਤਾ ਨਹੀਂ ਸੀ ਵੀ ਕੀ ਕੁਝ ਹੋ ਰਿਹਾ। ਤੇ ਮੋਰ ਓਵਰ ਸਾਡਾ ਇਲਾਕਾ ਵੀ ਉਹੀ, ਤੇ ਫਿਰ ਉਹਨਾਂ ਦਿਨਾਂ 'ਚ ਜੋ ਕੁਝ ਹੋਇਆ, ਜੋ ਕੁਝ ਦੇਖਿਆ, ਉਹ ਯਾਦਾਂ ਜਦੋਂ ਆਉਂਦੀਆਂ ਨੇ ਤੇ ਬੜਾ ਪਰੇਸ਼ਾਨ ਵੀ ਕਰਦੀਆਂ ਨੇ। ਤੇ ਡਾਕਟਰ ਦਲਜੀਤ ਸਿੰਘ ਜੀ ਦੇ ਨਾਲ ਇਸੇ ਬਾਰੇ ਹੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਪਹਿਲਾਂ ਤਾਂ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਨੂ ਸਾਹਿਬ, ਸ਼ੁਕਰੀਆ ਜੀ। ਡਾਕਟਰ ਸਾਹਿਬ, ਘੱਲੂਘਾਰਾ ਦਿਵਸ ਜੂਨ ਮਹੀਨੇ ਦਾ ਪਹਿਲਾ ਹਫ਼ਤਾ ਜਦੋਂ ਆਉਂਦਾ ਤੇ ਕਿੱਦਾਂ ਮਹਿਸੂਸ ਹੁੰਦਾ? ਇਹ ਮਹਿਸੂਸ ਤੇ ਇਸ ਰੂਪ ਦੇ ਵਿੱਚ ਹੀ ਹੈ ਵੀ ਜਿਵੇਂ ਕੋਈ ਚੀਜ਼ ਹਾਲੇ ਤਾਜ਼ਾ ਹੀ ਹੈ, ਭੁੱਲਦੀ ਨਹੀਂ। ਮਿਲਾਨ ਕੁੰਦੇਰਾ ਦਾ ਨਾ ਇੱਕ ਉਹਨਾਂ ਦੇ ਬੋਲ ਨੇ ਇਸ ਬਾਬਤ, ਕਹਿੰਦੇ ਨੇ ਵੀ ਸੱਤਾ ਦੇ ਖਿਲਾਫ ਮਨੁੱਖ ਦਾ ਸੰਘਰਸ਼ ਭੁੱਲ ਜਾਣ ਵਿਰੁੱਧ ਯਾਦਾਸ਼ਤ ਦਾ ਸੰਘਰਸ਼ ਹੈ। ਵੀ ਜਦੋਂ ਵੀ ਕਿਸੇ ਕੌਮ ਦੇ ਨਾਲ ਕੋਈ ਵਾਪਰਦਾ ਐਵੇਂ ਦਾ, ਉਹਦੇ ਵਿੱਚ ਸੱਤਾ ਦੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਲੋਕ ਭੁੱਲ ਜਾਣ। ਜਿਹੜੀਆਂ ਕੌਮਾਂ ਦੇ ਨਾਲ ਕੁਝ ਹੁੰਦਾ ਹੈ, ਉਹਨਾਂ ਵਾਸਤੇ ਜ਼ਰੂਰੀ ਹੁੰਦਾ ਵੀ ਉਹਨੂੰ ਯਾਦ ਰੱਖਿਆ ਜਾਏ। ਔਰ ਐਸੀ ਘਟਨਾਵਾਂ ਜਿਹੜੀਆਂ ਨੇ ਉਹ ਕਦੀ ਵੀ ਸਮ੍ਰਿਤੀ ਦੇ ਵਿੱਚੋਂ ਵਿਸਰਦੀਆਂ ਨਹੀਂ ਹੁੰਦੀਆਂ। ਡਾਕਟਰ ਗੁਰਭਗਤ ਸਿੰਘ ਹਰਾਂ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ ਇਸ ਬਾਬਤ। ਉਹਨਾਂ ਨੇ ਕਿਹਾ ਵੀ ਜਿਹੜਾ ਬਲੂ ਸਟਾਰ ਓਪਰੇਸ਼ਨ ਦੀ ਘਟਨਾ ਨੂੰ ਯਾਦ ਰੱਖਣ ਦੀ ਲੋੜ ਹੈ, ਅਤੇ ਇਹ ਦ੍ਰਿੜ ਕਰਨਾ ਜ਼ਰੂਰੀ ਹੈ ਕਿ ਭਾਰਤੀ ਉਪ ਮਹਾਂਦੀਪ ਵਿਲੱਖਣ ਕੌਮਾਂ ਦਾ ਉਪ ਮਹਾਂਦੀਪ ਹੈ। ਇਹ ਹਰ ਕੌਮ ਦਾ ਆਪਣਾ ਖਿੱਤਾ, ਭਾਸ਼ਾ, ਸਾਹਿਤ, ਸੰਸਥਾਵਾਂ ਅਤੇ ਪਰੰਪਰਾਵਾਂ ਹਨ। ਇੱਥੇ ਜੀ ਇਹਨਾਂ ਨੂੰ ਇੱਕ ਕੌਮ ਦੇ ਸ਼ਿਕੰਜੇ ਵਿੱਚ ਨਹੀਂ ਕੱਸਿਆ ਜਾ ਸਕਦਾ। ਇਹ ਜਿਹੜੀ ਪੰਕਤੀਆਂ ਨੇ, ਇਹਦੇ ਵਿੱਚ ਇੱਕ ਗੱਲ ਸਪਸ਼ਟ ਹੈ ਵੀ ਜਿਹੜੀ ਉਹ ਜੰਗ ਆ, ਜਿਹੜੀ ਉਹ ਲੜਾਈ ਆ, ਜਾਂ ਜਿਹੜੀਆਂ ਉਹ ਘਟਨਾਵਾਂ ਵਾਪਰਦੀਆਂ ਨੇ, ਉਹ ਭਾਰਤੀ ਉਪ ਮਹਾਂਦੀਪ ਨੂੰ ਇੱਕ ਕੌਮ ਦੇ ਰੰਗ 'ਚ ਰੰਗਣ ਦੀ ਸਾਜ਼ਿਸ਼ ਦੇ ਤਹਿਤ ਹੁੰਦਾ। ਏਜੰਡਾ ਉਹਦੇ ਪਿੱਛੇ ਕੰਮ ਕਰ ਰਿਹਾ ਵੀ ਸਿਰਫ ਇੱਕ ਹੀ, ਜਿਵੇਂ ਹੁਣ ਵੀ ਤੁਸੀਂ ਸੁਣਦੇ ਹੋ ਭਗਵਾਕਰਨ ਵੀ ਇੱਕ ਹੀ ਹੋਣਾ ਚਾਹੀਦਾ, ਪਰ ਉੱਥੇ ਇਸੇ ਕਰਕੇ ਵਿਰੋਧ ਅੱਜ ਤੱਕ ਬਣਿਆ ਹੋਇਆ ਹੈ ਔਰ ਇਨ ਫਿਊਚਰ ਵੀ ਰਹੇਗਾ। ਜੇ ਕਦੀ ਭਾਰਤ ਟੁੱਟੇਗਾ ਜੀ, ਉਹ ਕਈ ਹਿੱਸਿਆਂ 'ਚ ਟੁੱਟੇਗਾ। ਬਹੁਤ ਸਾਰੀਆਂ ਛੋਟੀਆਂ ਉੱਥੇ ਜਦੋਜਹਿਦਾਂ ਚੱਲਦੀਆਂ ਪਈਆਂ ਨੇ, ਜਿਹੜੀਆਂ ਹੁਣ ਤੱਕ ਦਬਾਈਆਂ ਜਾ ਚੁੱਕੀਆਂ ਨੇ ਬਹੁਤ ਵਾਰੀ। ਔਰ ਸਿੱਖ ਸੰਘਰਸ਼ ਵੀ ਇਸੇ ਦੇ ਨਾਲ ਹੀ ਕਿਤੇ ਨਾ ਕਿਤੇ ਜੁੜਿਆ ਹੋਇਆ। ਅਸੀਂ ਉਹਦੇ ਜਦੋਂ ਬਹੁਤ ਗਹਿਰੇ ਪਸਾਰਾਂ ਵੱਲ ਤੱਕਦੇ ਹਾਂ ਜਾਂ ਉਹਦੀ ਗਹਿਰਾਈ ਵੱਲ ਜਾਂਦੇ ਹਾਂ ਨਾ, ਉਹ ਬਹੁ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਦੇਸ਼ ਆ। ਉੱਥੇ ਹਰ ਖਿੱਤੇ ਦੀ ਆਪਣੀ ਭਾਸ਼ਾ, ਉਹਨਾਂ ਦੀ ਸਾਹਿਤ ਹੈ, ਸੱਭਿਆਚਾਰ ਹੈ, ਉਹਨਾਂ ਦੇ ਕੋਲ ਧਾਰਮਿਕ ਅਕੀਦੇ ਨੇ, ਹੈ ਨਾ। ਇਸ ਕਰਕੇ ਤਾਂ ਉਹ
ਉਸ ਸਮੇਂ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਸਿੱਖਾਂ ਦੇ ਨਾਲ ਰਿਲੇਟਿਡ ਨੇ, ਜੂਨ 84 ਤੇ ਆਪਾਂ ਸਾਰੇ ਜਾਣਦੇ ਹਾਂ ਨਾ, 39 ਸਾਲ ਹੋ ਗਏ, ਪਰ ਉਹ ਸਾਡੀ ਸਮ੍ਰਿਤੀ 'ਚ ਐਵੇਂ ਆ ਜਿਵੇਂ ਹਾਲੇ ਕੱਲ ਦੀ ਗੱਲ ਹੋਵੇ। ਬਿਲਕੁਲ ਠੀਕ ਹੈ। ਔਰ ਉਹ ਸਿੱਖਾਂ ਦੀ ਸਮ੍ਰਿਤੀ ਵਿੱਚ ਐਵੇਂ ਰਹਿਣੀ ਵੀ ਚਾਹੀਦੀ ਹੈ। ਸਾਡੇ ਜਿਹੜੇ ਬਹੁਤ ਸੂਖਮ ਚੇਤਨ ਪੁਰਖ ਨੇ ਜਾਂ ਵਿਦਵਾਨ ਨੇ ਜਾਂ ਜਿਹੜੇ ਬਜ਼ੁਰਗ ਨੇ, ਉਹਨਾਂ ਨੇ ਗੱਲ ਨੂੰ ਨੋਟ ਕੀਤਾ ਹੈ, ਇਹ ਸਾਡੀ ਸਮ੍ਰਿਤੀ 'ਚ ਰਹਿਣੀ ਚਾਹੀਦੀ ਹੈ, ਪਰ ਉਹ ਨੈਗੇਟਿਵ ਪੁਆਇੰਟ ਆਫ ਵਿਊ ਤੋਂ ਨਹੀਂ ਰਹਿਣੀ ਚਾਹੀਦੀ। ਵੀ ਮਨੁੱਖ ਦੇ ਅੰਦਰ ਇੱਕ ਮਤਲਬ ਜਿਵੇਂ ਕਹਿੰਦੇ ਨਫ਼ਰਤ ਦੀ ਭਾਵਨਾ ਪੈਦਾ ਕਰਨ ਵਾਲੀ ਨਹੀਂ ਹੋਣੀ ਚਾਹੀਦੀ। ਡਾਕਟਰ ਗੁਰਭਗਤ ਸਿੰਘ ਹੋਰਾਂ ਨੇ ਕਿਹਾ ਵੀ ਇਹਦੇ ਵਿੱਚੋਂ ਸਾਨੂੰ ਸੇਧ ਲੈ ਕੇ ਜੀਵਨ ਦੇ ਕੋਈ ਨਵੇਂ ਪਸਾਰ, ਸਮਾਜ ਨੂੰ ਕੋਈ ਨਵੀਂ ਸੇਧ, ਵਿਸ਼ਵ ਚਿੰਤਨ ਨੂੰ ਕੋਈ ਨਵੀਂ ਦਿਸ਼ਾ ਦੇਣ ਦੀ ਲੋੜ ਆ। ਵੀ ਸਿੱਖਾਂ ਦੇ ਵਾਸਤੇ ਇੱਕ ਪਲੇਟਫਾਰਮ ਬਣਦਾ ਹੈ ਵੀ ਉਹ ਇਸ ਦਿਸ਼ਾ ਦੇ ਵਿੱਚ ਕੰਮ ਕਰਨ, ਔਰ ਉਹਦੇ ਵਾਸਤੇ ਹਾਲੇ ਲੋੜ ਹੈਗੀ ਹੈ ਵੀ ਅਸੀਂ ਉਵੇਂ ਸੋਚਿਆ ਜਾਏ। ਬਹੁਤੀ ਵਾਰੀ ਜਿੰਨੀਆਂ ਅਸੀਂ ਗੱਲਾਂ ਹੁਣ ਤੱਕ ਸੁਣਦੇ ਹਾਂ ਉਹ ਚਿੰਤਨ ਤੋਂ ਵੱਖਰੀਆਂ ਨੇ, ਕਿਤੇ ਨਾ ਕਿਤੇ ਉਹਦੇ ਵਿੱਚੋਂ ਨਫ਼ਰਤ ਝਲਕਦੀ ਹੁੰਦੀ ਹੈ, ਵੱਖ ਜਿਹਾ ਝਲਕਦਾ। ਪਰ ਜਿਹੜਾ ਸਿੱਖੀ ਸਿਧਾਂਤ ਹੈ ਉਹਦੇ ਨਾਲ ਫਾਈਟ ਹੁਣ ਤੱਕ ਜੇ ਹੋਈ ਆ, ਉਹਦੇ ਪਿੱਛੇ ਰੀਜ਼ਨ ਇਹੀ ਹੈ ਵੀ ਇਹ ਆਪਣੇ ਆਪ ਦੇ ਵਿੱਚ ਸਾਰੀ ਵੱਖਰਤਾ ਨੂੰ ਇੱਕ ਸੂਤਰ ਦੇ ਵਿੱਚ ਬੰਨ੍ਹ ਦਿੰਦਾ ਹੈ, ਔਰ ਉਹਨਾਂ ਨੂੰ ਸੁਤੰਤਰ ਛੱਡ ਦਿੰਦਾ ਉਹਨਾਂ ਦੀ ਆਪਣੇ ਸੱਭਿਆਚਾਰ ਦੇ ਵਿੱਚ, ਆਪਣੀ ਅਕੀਦੇ ਦੇ ਵਿੱਚ, ਆਪਣੇ ਧਾਰਮਿਕ ਅਦਾਰਿਆਂ ਦੇ ਵਿੱਚ। ਇਹਦੀ ਇਹ ਖੂਬਸੂਰਤੀ ਹੈ। ਇਸੇ ਕਰਕੇ ਬਹੁਤੀ ਵਾਰੀ ਜਦੋਂ ਵੀ ਆਪਾਂ ਦੇਖਦੇ ਹਾਂ ਵੀ ਸਾਡੇ ਅਤੀਤ ਦੇ ਵਿੱਚ ਜੋ ਕੁਝ ਵਾਪਰਿਆ, ਉਹਦੇ ਵਿੱਚ ਹਮਲਾ ਜਿਹੜਾ ਉਹ ਡਾਇਰੈਕਟ ਜਾਂ ਹਰਿਮੰਦਰ ਤੇ ਆ ਜਾਂ ਅਕਾਲ ਤਖਤ ਸਾਹਿਬ ਜੀ, ਉਹਦੀ ਵੱਖਰੀ ਇੱਕ ਪਹਿਚਾਣ ਹੈ। ਤੋ ਅਸੀਂ ਸਾਡਾ ਇਹਦੇ ਤੇ ਚਿੰਤਨ ਕਰਨ ਦਾ ਜਿਹੜਾ ਵੇ ਆ ਉਹ ਬਹੁਤ ਸੂਖਮ, ਨਿਰਲੇਪ ਔਰ ਬੜੀ ਸਹਿਜਤਾ ਵਾਲਾ ਹੋਣਾ ਚਾਹੀਦਾ ਵੀ ਅਸੀਂ ਉਹਨੂੰ ਉਵੇਂ ਵੇਖ ਸਕੀਏ, ਉਹਦੇ ਵਿੱਚੋਂ ਨਫ਼ਰਤ ਪੈਦਾ ਨਹੀਂ ਹੋਣੀ ਚਾਹੀਦੀ। ਹਾਂਜੀ, ਹੁਣ ਜਿਵੇਂ ਤੁਸੀਂ ਨਫ਼ਰਤ ਦੀ ਗੱਲ ਕੀਤੀ ਵੀ ਨਫ਼ਰਤ ਤੇ ਪੈਦਾ ਨਹੀਂ ਹੋਣੀ ਚਾਹੀਦੀ, ਫਿਰ ਸੂਖਮ, ਨਿਰਲੇਪ, ਇਹ ਉਹ ਲਫ਼ਜ਼ ਨੇ ਜਿਹੜੇ ਸ਼ਾਇਦ ਮੈਨੂੰ ਐਂ ਲੱਗਦਾ ਆ ਕਿਤੇ ਨਾ ਕਿਤੇ ਜਿਹੜੀ ਅਜੋਕੀ ਪੀੜ੍ਹੀ ਆ ਉਹਨਾਂ ਨੂੰ ਇਹਨਾਂ ਦਾ ਪਤਾ ਹੀ ਨਹੀਂ ਹੈ। ਇਹ ਬਿਲਕੁਲ ਠੀਕ ਆ। ਬਸ ਆਹੀ ਤੇ ਚਿੰਤਾ ਦਾ ਵਿਸ਼ਾ ਸੀ ਨਾ ਸਾਡੇ ਬਜ਼ੁਰਗਾਂ ਦਾ ਵੀ, ਹੁਣ ਵੀ ਜਿਹੜੇ ਬਹੁਤ ਸੁਚੇਤ ਪੁਰਖ ਨੇ ਉਹਨਾਂ ਦਾ ਹੈਗਾ, ਜਿਹੜੇ ਸਿੱਖੀਜ਼ਮ ਦੇ ਵਿੱਚ ਹੈਗੇ ਨੇ, ਵੀ ਇੱਕ ਗੱਲ ਦੀ ਜਾਣਕਾਰੀ ਹੋਣੀ, ਇੱਕ ਗੱਲ ਨੂੰ ਮਹਿਸੂਸ ਕਰਨਾ, ਇਹ ਦੋਵੇਂ ਚੀਜ਼ਾਂ ਵੱਖਰੀਆਂ ਕਿਸਮ ਦੀਆਂ ਹੁੰਦੀਆਂ ਨੇ। ਸਾਡੇ ਲੋਕਾਂ ਕੋਲ ਜਾਣਕਾਰੀ ਬਹੁਤ ਕਿਸਮ ਦੀ ਹੈਗੀ ਹੈ, ਪਰ ਉਸ ਚੀਜ਼ ਨੂੰ ਮਹਿਸੂਸ ਕਰਨ ਦਾ ਮਾਦਾ ਜਿਹੜਾ ਉਹ ਬਹੁਤ ਘੱਟ ਲੋਕਾਂ ਦੇ ਵਿੱਚ ਆ। ਜੀ ਇਸ ਸਾਕੇ ਦੇ ਸੰਬੰਧ ਦੇ ਵਿੱਚ ਵੀ ਬਹੁਤੀ ਵਾਰੀ ਅਸੀਂ ਜਦੋਂ ਸਿਰਫ ਆંકੜਿਆਂ ਦੇ ਬੇਸ ਤੇ ਗੱਲਾਂ ਕਰਦੇ ਹੁੰਦੇ ਆ, ਜਿਵੇਂ ਹਿਸਟਰੀ ਦੇ ਵਿੱਚ ਪਈਆਂ ਹੁੰਦੀਆਂ ਨੇ ਘਟਨਾਵਾਂ ਉਵੇਂ, ਪਰ ਉਹਦੇ ਪਿੱਛੇ ਜਿਹੜਾ ਜਿਵੇਂ ਜਿਹੜੀ ਗੱਲ ਅੱਗੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਵੀ ਮਿਲਾਨ ਕੁੰਦੇਰਾ ਵੀ ਕਹਿੰਦਾ ਵੀ ਸੱਤਾ ਦੇ ਖਿਲਾਫ ਮਨੁੱਖ ਦਾ ਜਿਹੜਾ ਸੰਘਰਸ਼ ਹੈ ਨਾ ਉਹ ਭੁੱਲ ਜਾਣ ਵਿਰੁੱਧ ਯਾਦਾਸ਼ਤ ਦਾ ਹੈ, ਵੀ ਤੁਹਾਡੀ ਯਾਦ ਦੇ ਵਿੱਚ ਕੁਝ ਤਾਜ਼ਾ ਰਹਿੰਦਾ ਹੈ। ਪਰ ਸਿੱਖੀ ਦੇ ਵਿੱਚ ਜਦੋਂ ਇਹਦੀ ਗੱਲ ਚੱਲਦੀ ਵੀ ਉਹ ਯਾਦਾਸ਼ਤ ਮੈਲੀ ਨਹੀਂ ਹੋਣੀ ਚਾਹੀਦੀ ਤੁਹਾਡੀ, ਉਹ ਨਫ਼ਰਤ ਭਰਪੂਰ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚੋਂ ਕੁਝ ਸਿਰਜਨਾਤਮਕ ਨਿਕਲਣਾ ਚਾਹੀਦਾ ਹੈ, ਵੀ ਅੱਗੇ ਕੁਝ ਨਵਾਂ ਹੋਣਾ ਚਾਹੀਦਾ ਹੈ, ਕਿਉਂਕਿ ਉਹ ਕੁਝ ਵੱਡਾ ਹੈ ਨਾ। ਇਹ ਇੱਕ ਸੋਚਣ ਵਾਲੀ ਗੱਲ ਹੁੰਦੀ ਹੈ। ਪੰਨੂ ਸਾਹਿਬ, ਜਿਵੇਂ ਆਪਾਂ 84 ਦੇ ਜਦੋਂ 1 ਤੋਂ ਲੈ ਕੇ 6 ਜੂਨ ਤੱਕ ਦਾ ਜਿਹੜਾ ਸਾਕਾ ਉਹਦੀ ਗੱਲ ਕਰਦੇ ਹਾਂ, 3 ਦਿਨ ਉੱਥੇ ਲਗਾਤਾਰ ਗੋਲੀ ਚੱਲੀ ਹੈ, 4 ਦੀ ਸਵੇਰ ਤੋਂ ਲੈ ਕੇ 6 ਦੇ ਦਿਨ ਚੜ੍ਹਾ ਤੱਕ, ਜਦੋਂ ਤੱਕ ਉਹਨਾਂ ਨੇ ਢੇਰੀ ਨਹੀਂ ਕਰ ਦਿੱਤਾ ਸਭ ਕੁਝ। ਉਹਦੇ ਬੰਬ ਚੱਲੇ, ਗੋਲੀਆਂ, ਟੈਂਕ, ਸਭ ਕੁਝ ਹੀ ਹੈ ਨਾ। ਹੁਣ ਉਹ ਸਾਰਾ ਵਰਤਾਰਾ ਨਫ਼ਰਤ ਦੇ ਵਿੱਚੋਂ ਨਿਕਲ ਰਿਹਾ ਹੈ। ਜਦੋਂ ਅਸੀਂ ਇਹਦਾ ਪੂਰਾ ਵਿਸ਼ਲੇਸ਼ਣ ਕਰਨੇ ਆ ਨਾ ਜੀ, ਤੁਸੀਂ ਬਿਲਕੁਲ ਨਿਰਪੱਖ ਹੋ ਕੇ ਜਦੋਂ ਗੱਲਾਂ ਨੂੰ ਸੋਚੋ ਇੱਕ ਚੇਤਨ ਪੁਰਖ ਦੇ ਰੂਪ ਦੇ ਵਿੱਚ, ਕਿਉਂਕਿ ਜਿਵੇਂ ਦੀ ਸਾਨੂੰ ਮਹਾਰਾਜ ਜੀ ਨੇ ਸਾਡੇ ਦਿੱਤੀ ਹੈ ਨਾ, ਤੁਸੀਂ ਸਮਝੋ ਵੀ ਸੋਚਣ ਦਾ ਵੇ, ਸਿੱਖ ਹੋਣ ਦੇ ਨਾਤੇ ਸੋਚਣਾ ਵੀ ਉਵੇਂ ਹੀ ਚਾਹੀਦਾ ਵੀ ਜੇ ਅਸੀਂ ਉਹਨੂੰ ਸਹੀ ਰੂਪ ਦੇ ਵਿੱਚ ਫੋਲੋ ਕਰਨਾ ਚਾਹੁੰਦੇ ਹਾਂ। ਤਾਂ ਉਹ ਸਾਰਾ ਜਿਹੜਾ ਸੱਤਾ ਦੀ ਅਹੰ ਤੇ ਨਫ਼ਰਤ ਦੇ ਵਿੱਚੋਂ ਪੈਦਾ ਹੁੰਦਾ ਉਹ ਸਭ ਕੁਝ, ਔਰ ਟਾਰਗੇਟ ਹੁੰਦਾ ਵੀ ਉਹ ਸਿੱਖ ਜਿਹੜਾ ਉਹ ਉਹਦੇ ਵਿੱਚ ਹਰ ਰੂਪ ਦੇ ਵਿੱਚ, ਔਰ ਅਕਾਲ ਤਖਤ ਸਾਹਿਬ ਜੀ ਉਹਦੇ ਮੇਨ ਨਿਸ਼ਾਨੇ ਤੇ ਰਹਿੰਦੇ ਨੇ, ਹੈ ਨਾ। ਇੱਕ ਬੜੀ ਤੁਸੀਂ ਖਬਰਾਂ ਪੜ੍ਹੀਆਂ ਹੋਣੀਆਂ ਨੇ, ਛੋਟੀਆਂ ਛੋਟੀਆਂ ਗੱਲਾਂ ਨੇ ਪਰ ਬਹੁਤ ਧਿਆਨ ਦੇਣ ਵਾਲੀਆਂ ਨੇ। ਉੱਥੇ ਬਾਰ-ਬਾਰ ਇੱਕ ਗੱਲ ਰਿਪੀਟ ਕੀਤੀ ਜਾਂਦੀ ਹੈ, ਜਿਹੜੀਆਂ ਮੀਡੀਆ ਵੀ ਉੱਥੇ ਲੋਕਾਂ ਦੇ ਸਾਹਮਣੇ ਜਦੋਂ ਉਹਨੂੰ ਖੁੱਲ੍ਹ ਮਿਲਦੀ ਹੈ ਵੀ ਉਹ ਗੱਲ ਕਰਦਾ ਵੀ ਹਰਿਮੰਦਰ ਸਾਹਿਬ ਸੁਰੱਖਿਅਤ ਨੇ, ਕੋਠਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਹੋਇਆ, ਹੈ ਨਾ, ਵੀ ਉੱਥੇ ਪੂਰੀ ਜੱਦੋਜਹਿਦ ਚੱਲ ਰਹੀ ਹੈ ਵੀ ਉਹ ਸੰਗਤਾਂ ਨੂੰ ਸੇਫ ਕਰਨ ਦੀ, ਬਚਾਉਣ ਦੀ, ਇਹ ਔਰ ਇਹ ਸਾਰਾ ਪੁਲਿੰਦਾ ਝੂਠ ਹੈ। ਬਿਲਕੁਲ, ਉਹ ਤਾਂ ਦਿਖਦਾ ਸੀ। ਮੈਂ ਇੱਕ ਪੜ੍ਹਨ ਦਿਆ ਸੀ ਕਿਤਾਬਾਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸੁਭਾਵਿਕ ਹੀ ਹੈ ਜੀ। ਪੰਨੂ ਸਾਹਿਬ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਵੀ ਸਾਡੇ ਮਨਾਂ ਦੇ ਅੰਦਰ ਉਹ ਚੀਜ਼ਾਂ ਆਪਣੇ ਆਪ ਹੀ ਆ ਜਾਂਦੀਆਂ ਨੇ, ਆਪਣੇ ਆਪ ਹੀ ਤੁਰਦੀਆਂ ਨੇ, ਹਨਾ, ਫਿਰ ਉਦੋਂ ਸਭ ਕੁਝ ਹੀ ਤੁਹਾਡੇ ਅੰਦਰ ਚੱਲਦਾ ਹੈ। ਪਰ ਉਹਦੇ ਵਿੱਚ ਜਿਹੜੇ ਭਾਵ
ਪੈਦਾ ਹੁੰਦੇ ਨੇ, ਉਹਦੀਆਂ ਜਿਹੜੀਆਂ ਲੇਅਰਸ ਬਣਦੀਆਂ ਨੇ, ਉਹਦੇ ਵਿੱਚ ਗੱਲ ਫਿਰ ਸਮਝਣ ਤੇ ਆ ਜਾਂਦੀ ਵੀ ਅਸੀਂ ਕਿਵੇਂ ਵੇਖਣਾ ਇਹਨੂੰ, ਵੀ ਇਹ ਕਿਸ ਕਿਸਮ ਦਾ ਵਰਤਾਰਾ ਹੈ। ਸਿਰਫ ਉਹਨਾਂ ਦਾ ਮਿਸ਼ਨ ਜਿਹੜਾ ਉਹ ਕੁਝ ਇੱਕ ਸਿੱਖਾਂ ਦੇ ਖਿਲਾਫ ਹੀ ਹੈ, ਹਾਂਜੀ, ਅਕਾਲ ਤਖਤ ਸਾਹਿਬ ਜੀ ਨੂੰ ਢਾਣ ਦਾ ਹੀ ਹੈ ਹਨਾ, ਵੀ ਕੁਝ ਵੀ ਜਿਹੜੀ ਉੱਥੋਂ ਜਿਹੜੀ ਵੀ ਚੀਜ਼ ਚੱਲ ਰਹੀ ਹੈ ਉਹਦੇ ਪਿੱਛੇ ਇੱਕੋ ਹੀ ਗੱਲ ਜਿਹੜੀ ਸਮਝ ਆਉਂਦੀ ਹੈ ਵੀ ਉਹ ਸੱਤਾ ਦਾ ਹੰਕਾਰ ਹੈ, ਸੱਤਾ ਦੀ ਆਪਣੀ ਹੈਂਕੜ ਆ, ਵੀ ਅਸੀਂ ਐਵੇਂ ਕਰਕੇ ਵਿਖਾਵਾਂਗੇ, ਕਰ ਸਕਦੇ ਹਾਂ ਹਨਾ। ਔਰ ਫੌਜ ਚਾੜੀ ਜਾਂਦੀ ਆ, ਆਪਾਂ ਸਾਰਾ ਦੇਖਦੇ ਹਾਂ ਵੀ ਫੌਜ ਚਾੜੀ ਗਈ ਤੇ ਉਹਨਾਂ ਨੇ ਫਿਰ ਕੀਤਾ। ਅੱਛਾ, ਉੱਥੇ ਜਿਹੜੀ ਵੀ ਫੌਜ ਦਾ ਵਰਤਾਰਾ ਜੀ, ਹਾਂਜੀ, ਉਹ ਸਾਰਾ ਅਨਮਨੁੱਖੀ ਹੈ ਸੰਗਤ ਦੇ ਨਾਲ, ਬਿਲਕੁਲ ਬਿਲਕੁਲ, ਜਾਂ ਇੱਕ ਜਿਹੜਾ ਸਿੱਖਾਂ ਦਾ ਰਿਲੀਜੀਅਸ ਮਰਕਜ਼ ਆ, ਛੋਟੇ ਛੋਟੇ ਬੱਚੇ, ਤੁਹਾਨੂੰ ਪਤਾ ਜੀ, ਇਸਤਰੀਆਂ ਨੇ, ਬਜ਼ੁਰਗ ਨੇ, ਤੁਸੀਂ ਉਹਨਾਂ ਨੂੰ ਪਾਣੀ ਤੋਂ ਤੜਫਦੇ ਹੋ, ਵਿਚਾਰੇ ਮਰਨ ਦੇ ਨੇ ਤੇ ਤੁਸੀਂ ਉਹਨਾਂ ਨੂੰ ਠੁੱਡੇ ਮਾਰ ਰਹੇ ਹੋ, ਹਾਂਜੀ, ਵੀ ਮਰਿਆਂ ਨੂੰ ਵੀ ਮਾਰੀ ਗਏ, ਮਰਿਆਂ ਨੂੰ। ਫਿਰ ਉਹਨਾਂ ਦੀਆਂ ਇਹ ਘਟਨਾਵਾਂ ਨਾ ਬਹੁਤ ਸਾਰੀਆਂ ਨੇ ਪਨੂ ਸਾਹਿਬ, ਬਹੁਤ ਕੁਝ ਆ ਜਾਂਦਾ ਤੁਹਾਡੇ ਕੋਲ ਜਦੋਂ ਤੁਸੀਂ ਪੜ੍ਹਦੇ ਹੋ। ਕਈ ਵਾਰੀ ਤੇ ਧਿਆਨ ਇਹ ਬੰਦਾ ਵਿਚਲ ਜਾਂਦਾ ਵੀ ਗੱਲ ਕਰਨਾ ਕੀ ਆਪਾਂ, ਵੀ ਉੱਥੇ ਹੈ ਕੀ ਹੈ, ਵੀ ਇੰਨੀ ਨਫ਼ਰਤ ਸਿੱਖਾਂ ਦੇ ਪ੍ਰਤੀ ਭਰਨ ਦੇ ਪਿੱਛੇ ਸੱਤਾਧਾਰੀਆਂ ਦੀ ਇੰਟੈਂਸ਼ਨ ਕੀ ਹੈ। ਤਾਂ ਇੱਕ ਗੱਲ ਜਿਹੜੀ ਸਪਸ਼ਟ ਸਾਹਮਣੇ ਉੱਭਰ ਕੇ ਆਉਂਦੀ ਹੈ ਉਹ ਇਹੀ ਹੈ ਵੀ ਜਿਹੜਾ ਭਾਰਤੀ ਉਪ ਮਹਾਂਦੀਪ ਹੈ ਉਹਨੂੰ ਸੱਤਾ ਇੱਕ ਰੰਗ ਦੇ ਵਿੱਚ ਬੰਨ੍ਹਣਾ ਚਾਹੁੰਦੀ ਹੈ ਜੀ, ਇੱਕ ਹੁਕਮ ਦੇ ਵਿੱਚ ਰੱਖਣਾ ਚਾਹੁੰਦੀ ਹੈ, ਜਿਹਦੇ ਵਿੱਚ ਉਹਨਾਂ ਦੇ ਸਾਹਮਣੇ ਕੋਈ ਵੀ ਕਿਸੇ ਵੀ ਰੂਪ ਦੇ ਵਿੱਚ ਚੂੰ ਨਾ ਕਰੇ। ਆਪਾਂ ਪੰਜਾਬੀ ਚ ਬਿਲਕੁਲ ਠੀਕ ਹੈ, ਪਰ ਇਹ ਹੋ ਨਹੀਂ ਸਕਦਾ ਵੀ ਜਿਸ ਕਿਸਮ ਦਾ ਸਿੱਖ ਸਿਧਾਂਤ ਜਿਵੇਂ ਸਟੈਬਲਿਸ਼ ਹੋਇਆ ਉਹਨੂੰ ਤੁਸੀਂ ਉਵੇਂ ਕਰ ਹੀ ਨਹੀਂ ਸਕਦੇ। ਹਾਂਜੀ, ਜਿੰਨੀ ਵਾਰੀ ਤੁਸੀਂ ਉਹਦੇ ਤੇ ਚੜ੍ਹਾਈ ਕਰਨ ਦੀ ਕੋਸ਼ਿਸ਼ ਕਰੋਗੇ ਉਹ ਤੁਹਾਡੇ ਸਾਹਮਣੇ ਉਹਨੂੰ ਡਿਫੈਂਡ ਕਰਨ ਵਾਸਤੇ, ਉਹਨੂੰ ਨੇਸਤੋ ਨਾਬੂਦ ਕਰਨ ਵਾਸਤੇ ਖੜੇ ਹੋ ਜਾਣਗੇ। ਹਾਂਜੀ, ਇਹ ਕੋਈ ਕਹਾਣੀ ਖਤਮ ਨਹੀਂ ਹੋ ਜਾਂਦੀ ਹੁੰਦੀ, ਪਹਿਲਾਂ ਅਬਦਾਲੀ ਦੇ ਟਾਈਮ ਤੋਂ ਨਹੀਂ ਹੋਈ ਤੇ ਹੁਣ ਤਾਂ ਗੱਲ ਹੀ ਹੋ ਰਿਹਾ ਹਨਾ, ਵੀ ਹੁਣ ਤਾਂ ਦੁਨੀਆ ਦਾ ਬੜਾ ਹੋ। ਅੱਛਾ, ਇੱਕ ਗੱਲ ਮੈਂ ਹੋਰ ਵੇਖੀ ਵੀ ਉਦੋਂ ਲੋਕਾਂ ਦਾ ਇਹ ਸੁਭਾਵਿਕ, ਇਹ ਆਮ ਲੋਕਾਂ ਦੀ ਗੱਲ ਹੈ ਜੀ, ਹਾਂਜੀ, ਬਹੁਤ ਸਿਆਣਿਆਂ ਦੀ ਮੈਂ ਗੱਲ ਨਹੀਂ ਕਰਨ ਦਿਆਂ, ਆਮ ਲੋਕਾਂ ਦੀ, ਉਹਨਾਂ ਦਾ ਹਰ ਗੱਲ ਤੋਂ ਵਿਸ਼ਵਾਸ ਉੱਠਦਾ। ਬਿਲਕੁਲ ਠੀਕ ਹੈ, ਵੀ ਤੁਸੀਂ ਜਦੋਂ ਤੁਸੀਂ ਹਰਿਮੰਦਰ ਸਾਹਿਬ ਜੀ ਦੇ ਉੱਤੇ ਜਾਂ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਹਮਲਾ ਕਰਦੇ ਹੋ, ਤੁਸੀਂ ਸਿੱਖਾਂ ਨੂੰ ਕਿਵੇਂ ਸੈਟੀਸਫਾਈਡ ਕਰ ਸਕੋਗੇ ਵੀ ਅਸੀਂ ਇਹ ਕੰਮ ਕੀਤਾ ਤੇ ਠੀਕ ਹੈ? ਵਾਜਬ ਕਿਵੇਂ ਠਹਿਰਾਓਗੇ ਵੀ ਉਹਨੂੰ, ਕਿਵੇਂ ਵਾਜਬ ਠਹਿਰਾ ਸਕਦੇ ਹੋ ਤੁਸੀਂ ਕਰ ਹੀ ਨਹੀਂ ਸਕਣਾ। ਉਹ ਹਰ ਮਨ ਦੇ ਅੰਦਰ ਇਹ ਰੋਸ ਪੈਦਾ ਕਰਦਾ ਵੀ ਜਿਹੜੇ ਜਿਨ੍ਹਾਂ ਦੇ ਅੰਦਰ ਇਸ ਸਥਾਨ ਦੇ ਪ੍ਰਤੀ ਕੋਈ ਅਕੀਦਾ ਨਹੀਂ, ਉਹਨਾਂ ਦੀ ਤੁਹਾਡੇ ਪ੍ਰਤੀ ਭਾਵਨਾ ਕਿਸ ਕਿਸਮ ਦੀ ਹੋਏਗੀ ਇਹ ਅੰਦਾਜ਼ਾ ਲਾਇਆ ਜਾ ਸਕਦਾ। ਇਹਦਾ ਮਤਲਬ ਵੀ ਉਹਨਾਂ ਦਾ ਤੁਹਾਡੇ ਨਾਲ ਵੀ ਕੋਈ ਕੰਸਰਨ ਨਹੀਂ। ਫਿਰ ਉਹਨਾਂ ਨੇ ਜੋ ਉੱਥੇ ਮਨੁੱਖੀ ਵਰਤਾਰਾ ਵਰਤਾਇਆ ਉਹ ਸਾਰਾ ਸਪਸ਼ਟ ਕਰ ਦਿੰਦਾ ਵੀ ਉਹਨਾਂ ਦਾ ਮਨੁੱਖਤਾ ਦੇ ਨਾਲ ਵੀ ਲੈਣ ਦੇਣ ਕੋਈ ਨਹੀਂ ਹੈ। ਉੱਥੇ ਮਨੁੱਖੀ ਰਾਜ ਸੱਤਾ ਦੀ ਹੈਂਕੜ ਆ ਔਰ ਉਹ ਇੱਕ ਸਿਸਟਮ ਨੂੰ ਨੇਸਤੋ ਨਾਬੂਦ ਕਰਨਾ ਚਾਹੁੰਦੀ ਹੈ। ਸਾਡੀ ਸਮ੍ਰਿਤੀ ਦੇ ਵਿੱਚ ਉਹ ਬਣਿਆ ਰਹਿਣਾ ਚਾਹੀਦਾ ਹੈ। ਡਾਕਟਰ ਗੁਰਬਖਸ਼ ਸਿੰਘ ਕਹਿੰਦੇ ਨੇ ਵੀ ਇਹਦੇ ਵਿੱਚੋਂ ਨਵਾਂ ਸੂਰਜ ਚਿੰਤਨ ਦਾ ਜਿਹੜਾ ਉਹ ਪ੍ਰਕਾਸ਼ਮਾਨ ਹੋਣਾ ਚਾਹੀਦਾ, ਜਿਹੜਾ ਵੀ ਸੰਸਾਰ ਨੂੰ ਨਵੀਂ ਦਿਸ਼ਾ ਤੇ ਨਵੀਂ ਸੇਧ ਦੇਵੇ। ਵੀ ਕਿਵੇਂ ਨਿਕਲਦੇ ਨੇ ਉਹਦੇ ਵਿੱਚ ਉਹਨਾਂ ਇੱਕ ਪ੍ਰਮਾਣ ਦਿੰਦੇ ਹੁੰਦੇ ਨੇ ਵੀ ਜਿਵੇਂ ਯਹੂਦੀ ਨਿਕਲੇ ਮਹਾਨਾਸ਼ ਦੇ ਵਿੱਚੋਂ, ਵੀ ਉਹਨਾਂ ਨੂੰ ਇੱਕ ਸਮੂਲ ਨਾਸ਼ ਕਰਨ ਦੀ ਕੋਸ਼ਿਸ਼ ਹੋਈ ਨਾ। ਬਿਲਕੁਲ ਠੀਕ। ਤੇ ਉਹਦੇ ਵਿੱਚੋਂ ਉਹਨਾਂ ਦਾ ਜਿਹੜਾ ਇੱਕੋ ਹੀ ਉਹਨਾਂ ਦੇ ਬਜ਼ੁਰਗਾਂ ਨੇ ਜਿਹੜੀ ਉਸਦੇ ਵਿੱਚੋਂ ਸੇਧ ਲਈ ਵੀ ਤੁਸੀਂ ਆਪਣੇ ਆਪ ਨੂੰ ਅੰਦਰਲੇ ਤਲ ਤੇ ਚਿੰਤਨ ਦੇ ਪੱਧਰ ਤੇ ਦੁਨੀਆ ਦੇ ਜਿਹੜੇ ਖਾਸ ਖਿੱਤੇ ਨੇ ਉਹਨਾਂ ਦੇ ਸੰਬੰਧ ਚ ਇੰਨਾ ਮਜ਼ਬੂਤ ਕਰ ਲਓ ਇੰਟਲੈਕਚੁਅਲੀ, ਜਾਂ ਉਹਨਾਂ ਦੇ ਵਿੱਚ ਇੰਨੇ ਮਾਹਿਰ ਕਰ ਦਿਓ ਵੀ ਲੋਕ ਤੁਹਾਡੇ ਆਪ ਸਰਪ੍ਰਸਤੀ ਹਿੱਤ ਆ ਜਾਣ। ਠੀਕ। ਹੁਣ ਦਾ ਜਿਹੜਾ ਸਮਾਜ ਹੈ ਉਹਦੇ ਵਿੱਚ ਯਹੂਦੀਆਂ ਦੀ ਵਰਲਡ ਦੇ ਨੰਬਰ 1 ਪਹੁੰਚ ਹੈ ਜੀ ਹਰ ਪਾਸਿਓਂ, ਹਨਾ, ਵੀ ਉਹਨਾਂ ਨੇ ਕੀਤਾ। ਹੁਣ ਸਿੱਖਾਂ ਦੇ ਸਬੰਧ ਦੇ ਵਿੱਚ ਜਦੋਂ ਅਸੀਂ ਇਸ ਘੱਲੂਘਾਰੇ ਨੂੰ ਵਿਚਾਰਦੇ ਹਾਂ ਉਹਦੇ ਸਬੰਧ ਦੇ ਵਿੱਚ ਇਹੀ ਸਾਹਮਣੇ ਨਿਕਲ ਕੇ ਆਉਂਦਾ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਨੂੰ ਸੇਧ ਦਿੱਤੀ, ਵਿਦਵਾਨਾਂ ਨੇ ਵੀ ਇਹਦੇ ਵਿੱਚੋਂ ਕੁਝ ਸਿਰਜਨਾਤਮਕ ਸਿੱਖੀ ਦਾ ਵੀ ਨਿਕਲਣਾ ਚਾਹੀਦਾ ਹੈ, ਪਰ ਉਹਦੇ ਪ੍ਰਤੀ ਅਸੀਂ ਬਹੁਤ ਜ਼ਿਆਦਾ ਅਵੇਸਲੇ ਹਾਂ। ਇਹ ਸੋਚਣ ਦੀ ਲੋੜ ਹੈ ਜੀ, ਕਿਉਂਕਿ ਸਾਡੀ ਮੇਨ ਸੰਸਥਾ ਜਿਹੜੀ ਗੁਰਦੁਆਰਾ, ਬਿਲਕੁਲ ਠੀਕ ਹੈ, ਵੀ ਉਹ ਹਰਿਮੰਦਰ ਹੋਵੇ, ਉਹ ਅਕਾਲ ਤਖਤ ਸਾਹਿਬ ਜੀ ਹੋਣ, ਔਰ ਉਸ ਸਮੇਂ ਦੇ ਹੋਰ ਵੀ ਗੁਰਦੁਆਰਾ ਸਾਹਿਬਾਨ ਜਿੱਥੇ ਉਹਨਾਂ ਨੇ ਸਾਰਾ ਕਬਜ਼ਾ ਕੀਤਾ ਹਨਾ, ਵੀ ਉੱਥੇ ਹਮਲੇ ਵੀ ਹੋਏ ਤੇ ਉੱਥੇ ਬਹੁਤ ਸਾਰੀ ਫਾਇਰਿੰਗ ਵੀ ਹੋਈ, ਸ਼ਹੀਦੀਆਂ ਵੀ ਹੋਈਆਂ। ਅਸੀਂ ਉਹਨੂੰ ਸਾਰੇ ਨੂੰ ਸ਼ਹੀਦੀ ਘੱਲੂਘਾਰਾ ਦੇ ਰੂਪ ਦੇ ਵਿੱਚ ਹੀ ਮਨਾਉਂਦੇ ਹਾਂ, ਹਫ਼ਤੇ ਦੇ ਤੌਰ ਤੇ ਉਹ ਸਾਰਾ ਮਨਾਇਆ ਜਾਂਦਾ। ਪਰ ਉਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਸਿਰਫ ਇੰਨੀ ਕੁ ਹੈ, ਘਟਨਾਵਾਂ ਬਹੁਤ ਨੇ, ਅਸੀਂ ਉਹਨਾਂ ਨੂੰ ਵੇਖਣਾ ਕਿਸ ਨਜ਼ਰੀਏ ਤੋਂ ਹੈ। ਜਦੋਂ ਵੀ ਅਸੀਂ ਵੇਖਦੇ ਹੋਈਏ ਮਨੁੱਖਤਾ ਦੇ ਪ੍ਰਤੀ ਸਾਡੇ ਅੰਦਰ ਨਫ਼ਰਤ ਦਾ ਭਾਵ ਪੈਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਸਾਰਿਆਂ ਨੂੰ ਬੰਨ੍ਹ ਕੇ ਰੱਖਣ ਦਾ ਇੱਕ ਵੇ ਆ, ਜਿਹੜੀ ਸਿੱਖੀ ਹੈ, ਜਿਹੜਾ ਸਿਧਾਂਤ ਆ ਹਨਾ, ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਵੇ ਉਹ ਗੱਲ ਕਰਨ ਦਾ, ਪਰ ਇਹ ਝੁਕਣ ਦੀ ਗੱਲ ਵੀ ਨਹੀਂ ਕਰਦਾ।
ਵੀ ਤੁਸੀਂ ਕੰਪਰੋਮਾਈਜ਼ ਕਰ ਲਵੋ, ਹਨਾ। ਉਹ ਲੜਾਈ ਜਿਹੜੀ ਆ ਉਹ ਕੰਪਰੋਮਾਈਜ਼ ਤੋਂ ਉੱਪਰ ਉੱਠ ਕੇ ਆ, ਉਹ ਕਿਸੇ ਹੋਰ ਢੰਗ ਦਾ ਆ। ਉਹਦੇ ਮੈਨੂੰ ਉਦੋਂ ਪੱਤਰਕਾਰ ਉਹਨਾਂ ਦੀ ਇੱਕ ਘਟਨਾ ਖਿਆਲ 'ਚ ਆ ਗਈ ਵੀ ਲਾਸਟ ਜਦੋਂ ਇਹ 1 ਤੋਂ 6 ਦਾ ਟਾਈਮ ਚੱਲ ਰਿਹਾ, 3 ਤਰੀਕ ਦੀ ਘਟਨਾ ਹੈ। ਕੁਝ ਪੱਤਰਕਾਰ ਅੰਦਰ ਮਿਲਣ ਚਲੇ ਗਏ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ। ਜੀ। ਉਹ ਜਦੋਂ ਅਕਾਲ ਤਖਤ ਸਾਹਿਬ ਜੀ ਦੀ ਤੀਜੀ ਮੰਜ਼ਿਲ ਤੇ ਬੈਠੇ ਨੇ ਜੀ, ਉਦੋਂ ਦਾ ਦ੍ਰਿਸ਼ ਵੀ ਪੇਸ਼ ਕਰਦੇ ਨੇ ਉਹ ਪੱਤਰਕਾਰ ਸਿੱਧੂ, ਤੇ ਉਹ ਕਹਿੰਦੇ ਨੇ ਵੀ ਅਸੀਂ ਜਾ ਕੇ ਬੈਠ ਕੇ ਸਾਡੇ ਅੰਦਰੋਂ ਕੋਈ ਗੱਲ ਨਿਕਲੇ ਨਾ, ਵੀ ਕੋਈ ਉਹ ਮਾਹੌਲ ਹੀ ਇਹੋ ਜਿਹਾ, ਬੰਦਾ ਹਰ ਜਿਹੜਾ ਸਤਬਦ ਹੋ ਜਾਂਦਾ, ਉਹਦੇ ਕੋਲ ਕੋਈ ਹੈ ਨਹੀਂ। ਕਹਿੰਦੇ ਅਸੀਂ ਉੱਥੇ ਬੈਠੇ ਤੇ ਉਹ ਗੱਲ ਇਹੀ ਸੀ ਵੀ ਪੁੱਛਿਆ ਜਾਏ ਵੀ ਹੁਣ ਕੀ ਹੋ ਸਕਦਾ, ਹਨਾ, ਵੀ ਕਿਵੇਂ ਕੁਝ ਸਵਾਲ ਸਨ ਸਾਡੇ ਮਨਾਂ 'ਚ ਜਵਾਬ ਦਿੱਤੇ ਜਾਣ, ਪਰ ਕਹਿੰਦੇ ਵੀ ਕੋਈ ਸਵਾਲ ਫੁੱਟਿਆ ਹੀ ਨਹੀਂ ਅੰਦਰੋਂ। ਬਾਬਾ ਜੀ ਨੇ ਕਹਿੰਦੇ ਨੇ ਵੀ ਜ਼ੁਬਾਨ ਖੋਲੀ, ਉਹਨਾਂ ਨੇ ਕਿਹਾ ਵੀ ਅਸੀਂ ਤੇ ਮਾਤ ਲੋਕ ਛੱਡਣ ਵਾਸਤੇ ਤਿਆਰ ਬੈਠੇ ਹਾਂ, ਔਰ ਇਸ ਸਮੇਂ ਜਿਵੇਂ ਦਾ ਉਹਨਾਂ ਨੇ ਮਾਹੌਲ ਸਿਰਜ ਦਿੱਤਾ ਹੈ, ਇਹਦੇ 'ਚ ਸਿਰਫ ਉਹਨਾਂ ਦੇ ਨਾਲ ਫਾਈਟ ਕਰਨ ਤੋਂ ਸਿਵਾ ਸਾਡੇ ਕੋਲ ਦੂਸਰਾ ਕੋਈ ਸੋਲੂਸ਼ਨ ਨਹੀਂ, ਔਰ ਅਸੀਂ ਨਿਭਾਂਗੇ। ਔਰ ਉਹਨਾਂ ਨੇ ਨਿਭ ਕੇ ਵਿਖਾਇਆ। ਨਹੀਂ, ਇਹ ਤੇ ਹੈ ਜੀ, ਉਹਦੇ 'ਚ ਕੋਈ ਸ਼ੱਕ ਨਹੀਂ। ਸਾਨੂੰ ਉਹਨਾਂ ਸਾਰਿਆਂ ਤੇ ਪ੍ਰਾਊਡ ਆ ਜੀ, ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਵੀ ਉਹਨਾਂ ਬਜ਼ੁਰਗਾਂ ਕਰਕੇ ਅਸੀਂ ਅੱਜ ਸਿਰ ਉੱਚਾ ਕਰਕੇ ਤੁਰ ਸਕਦੇ ਹਾਂ ਦੁਨੀਆ ਦੇ ਵਿੱਚ। ਔਰ ਸਾਡੀ ਜਿਹੜੀ ਹੋਂਦ ਆ ਸਿੱਖੀ ਦੀ ਜਾਂ ਸਿੱਖਾਂ ਦੀ, ਉਹਨੂੰ ਉਹਨਾਂ ਨੇ ਇੰਨਾ ਮਜ਼ਬੂਤ ਕਰ ਦਿੱਤਾ ਉਦੋਂ ਜੀ ਵੀ ਇਨ ਫਿਊਚਰ ਨਾ ਸਿਰਫ ਉਹ ਤੁਹਾਨੂੰ ਸਾਨੂੰ ਵੀ ਸਿੱਖਾਂ ਨੂੰ, ਉਹ ਦੁਨੀਆ ਦੇ ਜਿਹੜੇ ਬਹੁਤ ਚੇਤਨ ਵਰਗ ਨੇ ਉਹਨਾਂ ਨੂੰ ਇਸ ਪੱਖੋਂ ਉਹਨਾਂ ਨੇ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਵੀ ਦੁਨੀਆ ਦੇ ਵਿੱਚ ਕੌਮਾਂ ਉਹੀ ਜਿਉਂਦੀਆਂ ਰਹਿੰਦੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਗੌਰਵ ਨੂੰ ਪੂਰਾ ਸਟੈਬਲਿਸ਼ ਕਰਨ ਵਾਸਤੇ ਕੁਰਬਾਨ ਹੋਣ ਦਾ ਮਾਦਾ ਰੱਖਦੀਆਂ ਜੀ। ਡਾਕਟਰ ਸਾਹਿਬ, ਤੁਸੀਂ ਯਹੂਦੀਆਂ ਦਾ ਜ਼ਿਕਰ ਕੀਤਾ, ਸਾਡੇ ਆਮ ਮਿਸਾਲ ਦਿੱਤੀ ਜਾਂਦੀ ਆ ਕਿ ਦੇਖੋ ਉਹਨਾਂ ਦੇ ਉੱਤੇ ਆਪਰੇਸ਼ਨ ਸਪਰੈਸ਼ਨ ਜਦੋਂ ਉਹਨਾਂ ਦਾ ਹੋਇਆ ਉਹ ਕੀ ਬਣ ਕੇ ਨਿਕਲੇ। ਸਾਨੂੰ ਵੀ ਅਕਸਰ ਇਹ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ, ਪਰ ਜਦੋਂ ਅਸੀਂ ਦੇਖੀਏ ਉਹਨਾਂ ਦਾ ਇਤਿਹਾਸ, ਉਹਨਾਂ ਦੀਆਂ ਅਚੀਵਮੈਂਟਸ, ਉਹਨਾਂ ਦੇ ਆਪਰੇਸ਼ਨ ਸਪਰੈਸ਼ਨ ਤੋਂ ਬਾਅਦ ਤੇ ਆਪਣਾ ਹਾਲ, ਕੀ ਕਾਰਨ ਆ ਵੀ ਅਸੀਂ ਅੱਜ ਤੱਕ ਇੱਕ ਨੋਬਲ ਪ੍ਰਾਈਜ਼ ਵਿਜੇਤਾ ਵੀ ਪੈਦਾ ਨਹੀਂ ਕਰ ਸਕੇ? ਇਹਦੇ ਵਿੱਚ ਪੰਨੂ ਸਾਹਿਬ ਜਿਹੜੀਆਂ ਅਸਲ ਗੱਲ ਹੈ ਨਾ ਜੀ, ਉਹ ਇਹ ਹੈ ਵੀ ਜਿਹੜੀ ਡਾਕਟਰ ਗੁਰੂ ਭਗਤ ਸਿੰਘ ਹੋਰਾਂ ਨੇ ਜਿਸ ਪਾਸੇ ਇਸ਼ਾਰਾ ਕੀਤਾ ਨਾ ਵੀ ਜਿੰਨਾ ਚਿਰ ਤੱਕ ਅਸੀਂ ਉਹਨੂੰ ਸਿਰਜਨਾਤਮਕ ਰੂਪ ਦੇ ਵਿੱਚ ਵੇਖਣ ਦੇ, ਲੈਣ ਦੇ ਜਾਂ ਕਮਾਉਣ ਦੇ ਯੋਗ ਨਹੀਂ ਹੋ ਜਾਂਦੇ, ਉਹਨਾਂ ਚਿਰ ਤੱਕ ਇਹ ਸੰਭਾਵਨਾਵਾਂ ਬਣਦੀਆਂ ਨਹੀਂ ਹੁੰਦੀਆਂ ਜੀ। ਭਾਵੇਂ ਉਹ ਕੋਈ ਵੀ ਪ੍ਰਾਈਜ਼ ਹੋਵੇ ਜਾਂ ਤੁਹਾਡੀ ਦੁਨੀਆ ਦੇ ਵਿੱਚ ਐਵੇਂ ਕਹੀਏ ਵੀ ਲੰਬੜਦਾਰੀ ਹੋਵੇ, ਵੀ ਉਹ ਏਡੀ ਛੇਤੀ ਐਵੇਂ ਨਹੀਂ ਹੁੰਦੀ। ਉਹਦੇ ਵਾਸਤੇ ਬਹੁਤ ਗਹਿਰਾ ਥਿੰਕਿੰਗ ਇੱਕ ਸਿਸਟਮ ਚਾਹੀਦਾ ਹੁੰਦਾ ਹੈ। ਹਰ ਇਹ ਐਵੇਂ ਹੈ ਵੀ ਜਿਹੜੇ ਲੋਕ ਰੂਲ ਕਰਦੇ ਨੇ, ਅੱਗੇ ਆਗੂ ਹੁੰਦੇ ਨੇ, ਜਿਵੇਂ ਮੰਨ ਲਓ ਉਹਨਾਂ ਦੇ ਵਿੱਚ ਉਹ ਜਾਗ ਹੋਣੀ ਬਹੁਤ ਲਾਜ਼ਮੀ ਹੁੰਦੀ ਹੈ। ਔਰ ਜਿਹਦਾ ਸਿੱਖਇਜ਼ਮ ਦੇ ਵਿੱਚ ਸਾਡੇ ਖਿੱਤੇ ਦੇ ਵਿੱਚ ਬਹੁਤ ਘਾਟ ਹੈ ਜੀ, ਹੁਣ ਵੀ ਸਾਨੂੰ ਮੰਨਣਾ ਚਾਹੀਦਾ ਹੈ। ਜੇ ਅਸੀਂ ਨਹੀਂ ਮੰਨਦੇ ਤਾਂ ਉਹਦੇ ਨਾਲ ਕੋਈ ਅਸੀਂ ਪ੍ਰਾਪਤ ਨਹੀਂ ਕਰ ਰਹੇ ਹੁੰਦੇ। ਤੁਸੀਂ ਉਂਝ ਹੀ ਬੜਕਾ ਮਾਰੀ ਜਾਓ ਵੀ ਅਸੀਂ ਬੜਾ ਇਹ ਕਰਤਾ ਉਹ ਕਰਤਾ, ਉਹ ਗੱਲਾਂ ਮਾਇਨੇ ਨਹੀਂ ਰੱਖਦੀਆਂ। ਜਦੋਂ ਤੁਸੀਂ ਦੁਨੀਆ ਦੀ ਕਤਾਰ ਦੇ ਵਿੱਚ ਆ ਕੇ ਖੜਦੇ ਹੋ, ਜਿੱਥੇ ਦੁਨੀਆ ਦੀ ਅਲੰਬੜਦਾਰੀ ਜਿਹੜੇ ਲੋਕਾਂ ਦੇ ਹੱਥ 'ਚ ਆ, ਉੱਥੇ ਤੁਹਾਡਾ ਜਿਹੜਾ ਰੁਤਬਾ ਉਹ ਕਿੱਥੇ ਆ, ਤੁਸੀਂ ਉੱਥੇ ਕਿਹੜੀ ਲਾਈਨ 'ਚ ਕਿੱਥੇ ਖੜੇ ਹੋ, ਇਹ ਵੇਖਣਾ ਬਹੁਤ ਜ਼ਰੂਰੀ ਹੁੰਦਾ। ਸਿਰਫ ਇੰਨੀ ਗੱਲ ਨਹੀਂ ਹੁੰਦੀ ਵੀ ਤੁਹਾਡੇ ਕੋਲ ਸਿਧਾਂਤ ਬਹੁਤ ਵੱਡਾ ਹੈ ਜਾਂ ਤੁਹਾਡੇ ਕੋਲ ਇਤਿਹਾਸ ਬਹੁਤ ਅਮੀਰ ਆ। ਉਹ ਗੱਲ ਇਹ ਹੈ ਵੀ ਜਿਹੜੀਆਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸਾਡੇ ਬਜ਼ੁਰਗਾਂ ਨੇ, ਜੋ ਤੁਹਾਡੇ ਨਾਲ ਵਾਪਰਿਆ, ਉਹਦੇ ਵਿੱਚੋਂ ਸਿੱਟਾ ਨਿਕਲ ਕੇ ਤੁਸੀਂ ਅਗਾਂਹ ਕੀ ਕੀਤਾ ਹੈ, ਵੀ ਤੁਸੀਂ ਉਹਨੂੰ ਕਿਵੇਂ ਲੈਣਾ ਹੈ ਨਾ। ਉਹ ਤਾਂ ਕਰਕੇ ਉਹ ਕੰਪੈਰੀਟਿਵਲੀ ਜਦੋਂ ਅਸੀਂ ਦੇਖਦੇ ਹਾਂ, ਅਸੀਂ ਸਿਰਫ ਕਿਸੇ ਤੋਂ ਇੰਸਪੀਰੇਸ਼ਨ ਲੈਣੀ ਹੁੰਦੀ ਹੈ। ਵੀ ਜਦੋਂ ਅਸੀਂ ਵੇਖਦੇ ਹੁੰਦੇ ਆ ਕੰਪੈਰੀਟਿਵਲੀ ਕਿਸੇ ਦੀ ਅਸੀਂ ਗੱਲ ਕਰਦੇ ਹੁੰਦੇ ਆ ਵੀ ਫਲਾਣਿਆਂ ਨੇ ਐਵੇਂ ਕੀਤਾ, ਉਹ ਇੰਨੇ ਜਦੋਂ ਦੁੱਖ ਦੇ ਵਿੱਚੋਂ ਨਿਕਲੇ ਤੇ ਉਹਨਾਂ ਆਪਣੇ ਆਪ ਨੂੰ ਐਡੇ ਵੱਡੇ ਪੱਧਰ ਤੇ ਸਿਰਜ ਲਿਆ। ਜਦੋਂ ਤੁਸੀਂ ਉਹਦੇ ਵਿੱਚੋਂ ਨਿਕਲਦੇ ਹੋ ਸਪੀਡ ਦੇ ਵਿੱਚੋਂ, ਹਨਾ, ਵੀ ਇਹਦਾ ਮਤਲਬ ਤੁਹਾਡੇ ਕੋਲ ਜੋ ਕੁਝ ਖਜ਼ਾਨਾ ਹੈ ਉਹਦੇ ਵਿੱਚ ਕੋਈ ਤਾਕਤ ਹੈਗੀ ਹੈ। ਤਾਂ ਹੀ ਸਟੇਟ ਨੂੰ ਕੋਈ ਫਿਕਰ ਹੁੰਦਾ ਨਾ। ਹੁਣ ਤੱਕ ਤੁਸੀਂ ਦੇਖੋ ਵੀ ਕਦੀ ਵੀ ਤੁਸੀਂ ਜਦੋਂ ਆਪਾਂ ਉਧਰ ਭਾਰਤੀ ਉਪ ਮਹਾਦੀਪ ਦੇ ਵਿੱਚ ਝਾਤੀ ਮਾਰੀਏ ਵੀ ਉਹ ਜ਼ਿਆਦਾਤਰ ਉੱਥੇ ਪੰਜਾਬ ਦਾ ਜ਼ਿਕਰ ਆਊਗਾ ਤੇ ਸਿੱਖਾਂ ਦਾ ਆਉਂਦਾ। ਕਿਸੇ ਵੀ ਪਾਸਿਓਂ ਤੁਸੀਂ ਦੇਖ ਲਓ, ਬਹੁਤੀ ਵਾਰੀ ਐਵੇਂ ਹੁੰਦਾ। ਕਿਸਾਨ ਸੰਘਰਸ਼ ਵੀ ਉਦੋਂ ਆਪਾਂ ਦੇਖਿਆ ਵੀ ਉਹ ਕਹਾਣੀ ਉੱਥੇ ਆ ਗਈ, ਉਹ ਬਹੁਤ ਵੱਡਾ ਸੰਘਰਸ਼ ਸੀ ਇੱਕ ਕਿਸਮ ਦਾ, ਤੇ ਉਹਦੇ ਵਿੱਚ ਵੀ ਉਹ ਧਿਆਨ ਤੁਹਾਡੇ ਤੇ ਕਿਉਂ ਫੋਕਸ ਹੋ ਜਾਂਦਾ। ਜਦੋਂ ਸਿਧਾਂਤ ਦੀ ਗੱਲ ਆਉਂਦੀ ਹੈ ਉਦੋਂ ਧਿਆਨ ਤੁਹਾਡੇ ਤੇ ਕਿਉਂ ਫੋਕਸ ਹੋ ਜਾਂਦਾ, ਹਨਾ। ਤਾਂ ਇਹਦਾ ਮਤਲਬ ਹੈ ਵੀ ਕੁਝ ਨਾ ਕੁਝ ਤੇ ਖਾਸ ਤੁਹਾਡੇ ਕੋਲ ਹੈਗਾ। ਪਰ ਕਿਸੇ ਵੀ ਖਾਸ ਚੀਜ਼ ਨੂੰ, ਕਿਸੇ ਵੀ ਵੱਡੀ ਚੀਜ਼ ਨੂੰ ਜਦੋਂ ਸਟੈਬਲਿਸ਼ ਕਰਨਾ ਹੁੰਦਾ ਜਾਂ ਐਵੇਂ ਕਹੀਏ ਵੀ ਉਹਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣਾ, ਉਦੋਂ ਤੁਹਾਡੇ ਕੋਲ ਓਡੀ ਵੱਡੀ ਚੇਤਨਾ ਹੋਣੀ ਬਹੁਤ ਲਾਜ਼ਮੀ ਹੁੰਦੀ ਹੈ। ਮੈਨੂੰ ਇੱਥੇ ਐਂ ਲੱਗਦਾ ਵੀ ਫਿਰ ਦੂਜੇ ਤੇ ਪਛਾਣਦੇ ਆ ਵੀ ਸਾਡੇ ਕੋਲ ਬਹੁਤ ਕੁਝ ਆ,
ਪਰ ਸਾਨੂੰ ਆਪਣਾ ਪਤਾ ਹੀ ਨਹੀਂ ਆ। ਸਾਨੂੰ ਉਹਦੇ 'ਚ ਇੱਕ ਇਹ ਵੀ ਹੈ, ਅਵੇਸਲਾਪਨ ਸਾਡਾ ਇਹ ਹੈ ਵੀ ਸਾਨੂੰ ਪਤਾ ਨਹੀਂ ਇਸ ਰੂਪ ਦੇ ਵਿੱਚ ਉਹਦੇ ਅਨੁਭਵ ਤੇ, ਉਹਦੇ ਐਕਸਪੀਰੀਅੰਸ ਤੇ, ਉਹਦੇ ਇੰਟਲੈਕਚੁਅਲੀ ਵੀ ਅਸੀਂ ਸੁਣੀ ਸੁਣਾਈ ਗੱਲ ਜਿਹੜੀ ਹੈ ਉਹਦੇ ਤੇ ਜ਼ਿਆਦਾ ਕਰੀ ਜਾਂਦੇ ਹੁੰਦੇ ਹਾਂ। ਮੰਨ ਲਓ ਮੈਨੂੰ ਕੋਈ ਕਹਿ ਦੇਵੇ ਵੀ ਆਪਣਾ ਇਤਿਹਾਸ ਬਹੁਤ ਅਮੀਰ ਹੈ, ਮੈਂ ਵੀ ਅੱਗੇ ਪ੍ਰਚਾਰ ਕਰੀ ਜਾਂਦਾ ਵੀ ਹਾਂਜੀ ਸਾਡਾ ਇਤਿਹਾਸ ਤਾਂ ਬਹੁਤ ਅਮੀਰ ਹੈ। ਹੁਣ ਜੇ ਮੈਨੂੰ ਕੋਈ ਪੁੱਛ ਲੈ ਵੀ ਉਹ ਅਮੀਰ ਕਿਵੇਂ ਹੈ, ਵੀ ਉਦੋਂ ਮੇਰੇ ਕੋਲ ਕੋਈ ਜਵਾਬ ਨਹੀਂ। ਸਾਡੀ ਜਿਹੜੀ ਸਾਡੀ ਹੁਣ ਆਇਡੈਂਟੀਟੀ ਹੈ ਨਾ, ਮੋਸਟਲੀ ਤੁਸੀਂ ਦੇਖੋ ਉਹ ਸਿੱਖਾਂ ਦਾ ਜਿਹੜਾ ਸਮਾਜ ਦੇ ਪ੍ਰਤੀ ਉਹਨਾਂ ਦੀ ਸੇਵਾ ਭਾਵਨਾ ਨਾ, ਭਾਵੇਂ ਉਹ ਲੰਗਰ ਰੂਪ 'ਚ ਹੋਵੇ, ਫਸਟ ਏਡ ਦੇ ਰੂਪ ਦੇ ਵਿੱਚ ਹੋਵੇ, ਜਦੋਂ ਕਿਤੇ ਪ੍ਰੋਬਲਮ ਹੁੰਦੀ ਆ ਉਹ ਇਸ ਰੂਪ ਦੇ ਵਿੱਚ ਹੈ। ਸਿੱਖ ਚਿੰਤਨ ਦੀ ਦਿਸ਼ਾ ਦੇ ਰੂਪ ਦੇ ਵਿੱਚ ਸਾਡੀ ਪਹਿਚਾਣ ਹੈ ਨਹੀਂ। ਤੁਸੀਂ ਕਦੀ ਦੇਖੋ ਵੀ ਇਹ ਵੱਡੇ ਪੱਧਰ ਤੇ ਉਸ ਤਰ੍ਹਾਂ ਨਹੀਂ ਹੈਗੀ। ਹਾਂਜੀ ਹਾਂਜੀ। ਉਹਦਾ ਕਾਰਨ ਹੀ ਇਹ ਹੁੰਦਾ ਵੀ ਸਿਧਾਂਤ ਦੇ ਵਿੱਚ ਓਨੀ ਗਹਿਰਾਈ ਦੇ ਵਿੱਚ ਕੋਈ ਉਤਰੇ। ਦੂਸਰੀ ਇੱਕ ਪੰਨੂ ਸਾਹਿਬ, ਮੈਂ ਇੱਥੇ ਗੱਲ ਕਰਨੀ ਬੜੀ ਮੇਰੇ ਧਿਆਨ 'ਚ ਬਹੁਤ ਵਾਰੀ ਆਉਂਦੀ ਹੁੰਦੀ ਆ ਔਰ ਮੈਂ ਕਰਨੀ ਚਾਹੁੰਦਾ ਵੀ ਇੱਕ ਤੇ ਸਿੱਖ ਸਿਧਾਂਤ ਜਿਹੜਾ ਸਕ੍ਰਿਪਚਰ ਵੀ ਹੈ, ਗੁਰਬਾਣੀ ਆ, ਇਤਿਹਾਸ ਹੈ, ਇਹਨਾਂ ਦੋਨਾਂ ਚੀਜ਼ਾਂ ਨੂੰ ਬਿਨਾਂ ਭਗਤੀ ਤੋਂ ਜੀਵਿਆ ਨਹੀਂ ਜਾ ਸਕਦਾ, ਨਾ ਹੀ ਇਹਨੂੰ ਐਕਸਪਲੇਨ ਕੀਤਾ ਜਾ ਸਕਦਾ ਜੀ। ਸਾਡਾ ਇਤਿਹਾਸ ਵੀ ਜਿਹੜਾ ਰਚਿਆ, ਜਿਹੜੇ ਸਾਡੇ ਬਜ਼ੁਰਗਾਂ ਨੇ, ਉਹ ਸਾਰੇ ਭਗਤੀ ਭਾਵ ਵਾਲੇ ਪੁਰਖ ਨੇ। ਜੀ ਜੀ ਜੀ। 84 ਦੇ ਸਾਡੇ ਆਗੂ ਨੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਹਾਂਜੀ, ਹਨਾ, ਉਹਦੇ ਵਿੱਚ ਉਹਨਾਂ ਦੇ ਵਿੱਚ ਭਗਤੀ ਭਾਵ ਜਿਹੜਾ ਉਹ ਅਸੀਂ ਸਾਰੇ ਉਹਦੇ ਤੋਂ ਜਾਣੂ ਆ ਵੀ ਕਿਸ ਕਿਸਮ ਦਾ ਹੈ। ਇੱਕ ਬੜੀ ਕਮਾਲ ਦੀ ਇੰਟੈਂਸ਼ਨ ਆ ਜਿਹੜੀ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਹਾਂਜੀ, ਸਾਡਾ ਸਾਰਾ ਇਤਿਹਾਸ ਹੀ ਉਹਦੇ ਵਿੱਚੋਂ ਨਿਕਲਿਆ ਜੀ। ਤੁਸੀਂ ਕਦੀ ਦੇਖ ਲਿਓ। ਮੈਂ ਇੱਕ ਘਟਨਾ ਪੜ੍ਹ ਰਿਹਾ ਸੀ ਇਹਨਾਂ ਦਿਨਾਂ ਦੇ ਵਿੱਚ ਹੀ ਦਰਬਾਰ ਸਾਹਿਬ ਦੇ ਵਿੱਚ। ਹਾਂਜੀ, ਉੱਥੋਂ ਦੇ ਹੈਡ ਗ੍ਰੰਥੀ ਸਾਹਿਬ ਸਨ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸਨ। ਉਹਨਾਂ ਨੇ ਉਹ ਆਪਣਾ ਬਿਆਨ ਦੱਸਦੇ ਨੇ ਜੀ। ਉਹ ਕਹਿੰਦੇ ਵੀ ਜਦੋਂ ਸਾਨੂੰ ਘੇਰ ਲਿਆ ਉਹਨਾਂ ਨੇ, ਉਹਨਾਂ ਦੇ ਘਰ ਦੇ ਵਿੱਚ ਹੀ ਹੋਰ ਸੰਗਤ ਵੀ ਸੀ, ਫੌਜ ਆ ਗਈ, ਆ ਕੇ ਉਹਨਾਂ ਨੇ ਸਾਨੂੰ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਤਸ਼ੱਦਦ ਕੀਤਾ। ਆਂਦੇ ਹਰ ਬੰਦੇ ਦੇ ਮੂੰਹ ਚੋਂ ਇਹ ਨਿਕਲੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਵੀ ਜਦੋਂ ਉਹ ਮਾਰਨ ਸਾਡੇ ਜ਼ੁਬਾਨ ਚੋਂ ਇਹ ਨਿਕਲੇ। ਉਹਨਾਂ ਦੇ ਉਹ ਅੱਗੋਂ ਇਹ ਉਹਨਾਂ ਦੇ ਜ਼ੁਬਾਨ ਚੋਂ ਇਹ ਨਿਕਲੇ ਵੀ ਬੁਲਾਓ ਕਹਾਂ ਹੈ ਤੁਮਾਰਾ ਰਾਮਦਾਸ, ਬੁਲਾਓ ਕਹਾਂ ਹੈ ਤੁਮਾਰਾ ਭਿੰਡਰੀ ਵਾਲਾ। ਮਤਲਬ ਕਿ ਬਿਹਾਰੀ ਸਨ, ਤੁਹਾਨੂੰ ਪਤਾ ਉਹਨਾਂ ਦੀ ਲੈਂਗੁਏਜ ਹੋਏਗੀ। ਅੱਛਾ, ਉਹਨਾਂ ਦੇ ਵਿੱਚ ਇੱਕ ਹੈ ਵੀ ਸਾਡੇ ਬਜ਼ੁਰਗਾਂ ਦੇ ਵਿੱਚ ਗੁਰੂ ਦੇ ਪ੍ਰਤੀ ਨਿਸ਼ਚਾ ਇੰਨਾ ਗਹਿਰਾ ਹੈ ਵੀ ਉਹ ਆਪਣੇ ਹਰ ਦੁੱਖ ਸੁੱਖ ਦੇ ਵਿੱਚ ਉਹਨੂੰ ਚੇਤੇ 'ਚ ਰੱਖਦੇ। ਹਾਂਜੀ, ਬਿਲਕੁਲ ਠੀਕ ਹੈ। ਮੈਂ ਇੱਥੋਂ ਇੱਕ ਗੱਲ ਜਿਹੜੀ ਸੀ ਨਾ ਵੀ ਭਗਤੀ ਭਾਵ, ਗੁਰੂ ਤੇ ਡੈਡੀਕੇਸ਼ਨ, ਉਹਦੇ ਨਾਲ ਪੂਰਾ ਸਮਰਪਣ ਵਾਲੀ ਜਿਹੜੀ ਸਾਡੀ ਅੰਦਰੋਂ ਰੂਹ ਜੁੜੀ ਹੋਣੀ ਚਾਹੀਦੀ ਹੈ। ਅਸੀਂ ਤਾਂ ਹੀ ਉਹਦੇ ਚੋਂ ਬਾਹਰ ਨਿਕਲ ਸਕਦੇ ਹਾਂ। ਨਹੀਂ ਤੇ ਜੇ ਉਹ ਨਹੀਂ ਜੁੜੀ ਹੋਈ, ਤੁਸੀਂ ਨਾ ਸਿੱਖ ਇਤਿਹਾਸ ਨੂੰ ਸਮਝ ਸਕਦੇ ਹੋ, ਨਾ ਹੀ ਤੁਸੀਂ ਸਿੱਖ ਸਕ੍ਰਿਪਚਰ ਨੂੰ ਸਮਝ ਸਕਦੇ ਹੋ ਵੀ ਇਹਦੇ ਵਿੱਚ ਹੈ ਕੀ। ਕਿਸੇ ਵੀ ਸਕ੍ਰਿਪਚਰ ਨੂੰ ਨਹੀਂ ਸਮਝਿਆ ਜਾ ਸਕਦਾ ਜਿੰਨਾ ਚਿਰ ਤੱਕ ਉਹਦੇ ਉਸ ਅਨੁਭਵ ਦੇ ਵਿੱਚੋਂ ਮਨੁੱਖ ਨਿਕਲ ਕੇ ਨਹੀਂ ਆਉਂਦੇ ਹੁੰਦੇ, ਹਨਾ। ਤਾਂ ਉਹ ਡਾਕਟਰ ਹਿੰਮਤ ਸਿੰਘ ਹੋਰਾਂ ਨੇ ਨਾ ਇੱਕ ਬੜੀ ਕਮਾਲ ਦੀ ਗੱਲ ਲਿਖੀ ਹੈ ਸਿੱਖ ਇਤਿਹਾਸ ਦੇ ਸੰਬੰਧ 'ਚ ਜੀ। ਕਿਉਂਕਿ ਇਹ 84 ਜਿਹੜੀ ਹੈ ਸਾਡੀ ਇਤਿਹਾਸਿਕ ਬਹੁਤ ਵੱਡੀ ਘਟਨਾ ਹੈ ਔਰ ਬੜੀ ਪ੍ਰਾਊਡੇਬਲ ਆ ਸਿੱਖਾਂ ਵਾਸਤੇ। ਮੈਨੂੰ ਤੇ ਇਹ ਗੱਲ ਇਹਦੇ ਵਿੱਚੋਂ ਸਮਝ ਆਈ, ਜਿਵੇਂ ਬਜ਼ੁਰਗਾਂ ਦੇ ਵਿੱਚੋਂ ਵੀ ਇਹ ਗੱਲ ਸਮਝਣੀ ਚਾਹੀਦੀ ਵੀ ਬੜੀ ਪ੍ਰਾਊਡੇਬਲ ਆ। ਤੁਹਾਨੂੰ ਉਹਦੇ ਤੇ ਕੋਈ ਆਪਣੇ ਆਪ ਤੇ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ। ਹਾਂ, ਹੁਣ ਦੇ ਹਾਲਾਤਾਂ ਅਕੋਰਡਿੰਗ ਸਾਨੂੰ ਆਪਣੇ ਤੇ ਗਿਲਾ ਸ਼ਿਕਵਾ ਹੋਣਾ ਚਾਹੀਦਾ ਵੀ ਅਸੀਂ ਉਹ ਕੀਤਾ ਨਹੀਂ ਜਿਹੜੇ ਸਾਡੇ ਬਜ਼ੁਰਗਾਂ ਨੇ ਪੂਰੇ ਪਾਰ ਦਿੱਤੇ, ਅਸੀਂ ਉਸ ਪਾਸੇ ਨੂੰ ਤੁਰੇ ਨਹੀਂ, ਅਸੀਂ ਉਵੇਂ ਦਾ ਕੁਝ ਕਰਨ ਦੀ ਸਾਡੇ ਆਪਣੇ ਅੰਦਰ ਨਹੀਂ ਕੋਈ ਜਾਗ ਲਾਈ, ਪਰ ਸਾਨੂੰ ਲੋੜ ਸੀ ਵੀ ਅਸੀਂ ਕਰਦੇ। ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ, ਉਹਨਾਂ ਨੇ ਕੀਤੀ। ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਸਿੱਖ ਇਤਿਹਾਸ ਨੂੰ ਪੜ੍ਹੋਗੇ ਜੀ, ਜਾਂ ਤੁਸੀਂ ਵਿਚਾਰਨਾ ਹੈ ਜਾਂ ਉਹਨਾਂ ਦੀਆਂ ਵਾਪਰੀਆਂ ਘਟਨਾਵਾਂ ਨੂੰ ਸਮਝਣਾ ਹੈ, ਜਿੰਨਾ ਚਿਰ ਤੱਕ ਕਹਿੰਦੇ ਵੀ ਤੁਸੀਂ ਗੁਰਬਾਣੀ ਦੇ ਵਿੱਚ ਗੁਰਬਾਣੀ ਨੂੰ ਅਭਿਆਸ 'ਚ ਨਹੀਂ ਲੰਘਦੇ, ਹਾਂਜੀ, ਉਹਦੇ ਭਗਤੀ ਭਾਵ ਦੇ ਵਿੱਚ ਨਹੀਂ ਜਿਉਂਦੇ, ਉਹਨਾਂ ਚਿਰ ਤੱਕ ਤੁਹਾਡੀ ਸਮਝ 'ਚ ਇਹ ਗੱਲਾਂ ਆਉਣੀਆਂ ਨਹੀਂ, ਆ ਹੀ ਨਹੀਂ ਸਕਦੀਆਂ। ਉਹਦਾ ਕਾਰਨ ਇਹ ਆ ਵੀ ਜਦੋਂ ਵੀ ਕੋਈ ਅਧਿਆਤਮਿਕ, ਹੁਣ ਸਾਡਾ ਹਰਿਮੰਦਰ ਸਾਹਿਬ ਅਧਿਆਤਮਿਕ ਕੇਂਦਰ ਹੈ ਜੀ, ਬਿਲਕੁਲ, ਤੁਹਾਡਾ ਰੂਹਾਨੀ ਕੇਂਦਰ ਹੈ, ਤੁਹਾਡੀ ਰੂਹ ਦਾ ਥਾਂ ਹੈ ਉਹ ਵੀ ਜਿੱਥੇ ਜਿਹੜੇ ਤੁਹਾਡੇ ਅੰਦਰ ਵੱਸਦਾ। ਤੇ ਜੇ ਉਸ ਰੂਹਾਨੀ ਕੇਂਦਰ ਦੇ ਉੱਤੇ ਜਾਂ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਕੋਈ ਫੌਜ ਚੜ੍ਹ ਕੇ ਆਉਂਦੀ ਹੈ, ਤੁਹਾਡੇ ਕੋਲ ਕੀ ਆਪਸ਼ਨ ਬਚ ਜਾਂਦਾ?
ਤੁਹਾਡੇ ਕੋਲ ਕੋਈ ਦਲੀਲ ਹੈਗੀ ਹੈ ਵੀ ਤੁਸੀਂ ਉਹਨੂੰ ਜਸਟੀਫਾਈ ਕਰ ਸਕੋ ਵੀ ਨਹੀਂ ਜੀ ਇਹਨੂੰ ਐਵੇਂ? ਮੈਨੂੰ ਬਹੁਤ ਵਾਰੀ ਆਪਾਂ ਹੈਰਾਨ ਹੁੰਨੇ ਆ ਜਦੋਂ ਅਸੀਂ ਪੜ੍ਹਦੇ ਹੁੰਨੇ ਆ ਬਹੁਤ ਸਿਆਣੇ ਚੰਗੇ ਲੋਕਾਂ ਨੂੰ, ਔਰ ਇੱਕ ਪਾਸੇ ਉਹ ਵੀ ਕੈਟੇਗਰੀ ਹੈਗੀ ਹੈ ਜਿਨ੍ਹਾਂ ਨੇ ਉਹਨੂੰ ਝੂਠ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਐਵੇਂ ਹੁੰਦਾ ਹੀ ਹੈ, ਇਹ ਹਮੇਸ਼ਾ ਤੋਂ ਚੱਲਦਾ ਆਇਆ ਹੈ, ਹਮੇਸ਼ਾ ਤੋਂ ਹੁੰਦਾ ਹੀ ਹੈ। ਇਸੇ ਕਰਕੇ ਡਾਕਟਰ ਗੁਰੂ ਭਗਤ ਸਿੰਘ ਜੀ ਦੀ ਗੱਲ ਮੈਨੂੰ ਬੜੀ ਮਨ ਨੂੰ ਟੁੰਬਦੀ ਹੈ ਵੀ ਤੁਹਾਡੀ ਯਾਦਦਾਸ਼ਤ ਦੇ ਵਿੱਚੋਂ ਉਹ ਚੀਜ਼ਾਂ ਮਰਨੀਆਂ ਨਹੀਂ ਚਾਹੀਦੀਆਂ ਹਕੀਕੀ। ਜਿੰਨਾ ਚਿਰ ਤੱਕ ਤੁਸੀਂ ਹਕੀਕਤ ਨੂੰ ਨਹੀਂ ਨਾ ਐਕਸਪੀਰੀਅੰਸ ਕਰ ਸਕੋਗੇ, ਤੁਸੀਂ ਇਹ ਜਿਹੜਾ ਗਰਾਊਂਡ ਤੇ ਜੋ ਵਾਪਰਦਾ ਉਹਨੂੰ ਸਮਝ ਨਹੀਂ ਸਕਦੇ। ਬਿਲਕੁਲ ਠੀਕ, ਇਹ ਸਮਰੱਥਾ ਬਣਦੀ ਨਹੀਂ। ਸੋ ਗੱਲ ਉੱਥੇ ਹੀ ਆਉਂਦੀ ਆ ਵੀ ਇਹਨੂੰ ਅਸਲ ਦੇ ਵਿੱਚ ਉਹ ਜਿੱਦਾਂ ਕਹਿੰਦੇ ਨਾ ਵੀ ਆਪਣੇ ਅੰਦਰ ਪਾਲਣ ਵਾਲੀ ਗੱਲ ਆ, ਉਹ ਜ਼ਰੂਰ ਪਾਲ ਕੇ ਰੱਖਣਾ ਚਾਹੀਦਾ। ਤੇ ਕਿਉਂਕਿ ਮੈਨੂੰ ਤਾਂ ਇਹ ਵੀ ਲੱਗਦਾ ਡਾਕਟਰ ਸਾਹਿਬ ਵੀ ਜਿਹੜੀ ਸਿੱਖ ਮਾਨਸਿਕਤਾ ਸੀ ਨਾ 84 ਤੋਂ ਪਹਿਲਾਂ ਕੋਈ ਹੋਰ ਸੀ ਤੇ 84 ਤੋਂ ਬਾਅਦ ਉਹ ਟੋਟਲੀ ਹੋਰ ਹੋ ਗਈ। ਇਹ ਵਿਸ਼ਾ ਇਹਦੇ ਤੇ ਲੰਬੀ ਗੱਲਬਾਤ ਹੋ ਸਕਦੀ ਹੈ, ਜ਼ਰੂਰ ਕਦੀ ਟਾਈਮ ਲੱਗਾ ਤੇ ਫੇਰ ਕਰਾਂਗੇ ਜੀ। ਅੱਜ ਹੁਣ ਸਮਾਂ ਸਾਡੇ ਕੋਲ ਇੱਥੇ ਹੀ ਆ, ਇਜਾਜ਼ਤ ਨਹੀਂ ਦਿੰਦਾ। ਤੁਸੀਂ ਸਟੂਡੀਓ ਦੇ ਵਿੱਚ ਆਇਓ, ਗੱਲਬਾਤ ਕੀਤੀ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਪੰਨੂ ਸਾਹਿਬ। ਇਸ ਗੱਲ ਸਮਾਪਤੀ ਤੋਂ ਪਹਿਲਾਂ ਨਾ ਇਹ ਇੱਕ ਛੋਟਾ ਜਿਹਾ ਫਿਕਰ ਹੈ, ਹਾਂਜੀ, ਬੜਾ ਕਮਾਲ ਦਾ, ਮੇਰੇ ਧਿਆਨ 'ਚ ਹਮੇਸ਼ਾ ਰਹਿੰਦਾ ਜੀ। ਹਾਂਜੀ, ਉਹ ਕਹਿੰਦੇ ਨੇ ਵੀ ਇਹ ਪ੍ਰੋਬਲਮ ਤੁਹਾਡੇ ਤੇ ਆਈ ਨਹੀਂ ਸੀ, ਇਹ ਖਤਮ ਨਹੀਂ ਹੋ ਗਈ, ਇਹ ਨਿਰੰਤਰ ਬਣੀ ਰਹੀ ਹੁੰਦੀ ਹੈ। ਕਿਉਂਕਿ ਜਿਹੜੀਆਂ ਜ਼ੋਰਾਵਰ ਕੌਮਾਂ ਨੇ ਨਾ, ਜਾਂ ਜਿਨ੍ਹਾਂ ਦੇ ਕੋਲ ਕੁਝ ਅਮੀਰੀ ਹੈਗੀ ਆ ਕਿਸੇ ਵੀ ਕਿਸਮ ਦੀ, ਉਹ ਹਮੇਸ਼ਾ ਦੁਨੀਆ ਦੇ ਟਾਰਗੇਟ 'ਚ ਹੀ ਰਹਿੰਦੀਆਂ ਨੇ। ਉਹ ਤਾਂ ਹੈ ਹੀ ਆ, ਉਹ ਕਦੀ ਬਾਹਰ ਨਹੀਂ ਨਿਕਲਣ ਦਿੰਦੀਆਂ ਨੇ। ਉਹ ਤਾਂ ਪਤਾ ਹੀ ਆ ਤੁਹਾਨੂੰ ਵੀ ਉਹ ਕਿਹਨੂੰ ਰੋੜੇ ਵੱਜਦੇ ਨੇ, ਹਨਾ, ਦੇਸਬੇਰੀ ਦੇ ਮਿੱਠੜੇ ਬੇਰ ਹੁੰਦੇ ਹਨਾ, ਪੱਲੇ ਹੋਵੇ ਨਾ ਜੀ, ਉਹਨਾਂ ਦੇ ਹੋਣਾ ਹੀ ਹੋਣਾ। ਉਹ ਬੜਾ ਸੋਹਣਾ ਫਿਕਰ ਹੈ। ਉਹ ਕਹਿੰਦੇ ਪਾਣੀਆਂ ਦੀ ਕੁੱਲ ਜੰਮੇ ਆ, ਨਾ ਥੰਮਣਾ ਏ ਨਾ ਥੰਮਿਆ, ਹੈ ਪੈਂਡਾ ਬੜਾ ਅਥਾ ਸਾਡਾ, ਬਣਿਆ ਇਤਿਹਾਸ ਗਵਾਹ ਸਾਡਾ, ਬਸ ਇਹੀ ਉਹ ਯਾਰ ਗੁਨਾਹ ਸਾਡਾ। ਵੀ ਜਦੋਂ ਤੁਹਾਡਾ ਗੁਨਾਹ ਐਡਾ ਵੱਡਾ ਹੈ ਵੀ ਤੁਸੀਂ ਨਿਰੰਤਰ ਇੱਕ ਪ੍ਰਵਾਹ ਦੇ ਵਿੱਚ ਹੋ, ਔਰ ਉਹ ਪ੍ਰਵਾਹ ਸਮੁੰਦਰ ਤੱਕ ਜਾਂਦਾ ਹੈ, ਵੀ ਤੁਹਾਡੀ ਰੂਹਾਨੀ ਮਰਕਜ਼ ਜਿਹੜਾ ਉਹ ਹੈ ਪਰਮੇਸ਼ਵਰੀ ਹੈ। ਤਾਂ ਇਸ ਕਰਕੇ ਰਾਹ ਦੇ ਵਿੱਚ ਤਾਂ ਕਿਤੇ ਰੁਕਾਵਟ ਹੈ ਨਹੀਂ ਨਾ, ਤੁਸੀਂ ਰੁਕਣਾ ਹੀ ਨਹੀਂ। ਉਹ ਰੰਧਾਵਾ ਸਾਹਿਬ ਦੇ ਬੋਲ ਨੇ ਬਾਬੇ ਜਰਨੈਲ ਸਿੰਘ ਜੀ ਬਾਰੇ, ਇਹ ਇੱਥੇ ਸਮਾਪਤੀ ਅੱਜ ਦੀ। ਉਹ ਕਹਿੰਦੇ ਮੇਰਾ ਸ਼ੇਰ ਬਹਾਦਰ ਸੂਰਮਾ, ਇਹ ਪਾਕਿਸਤਾਨ ਦੇ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ। ਜਿਹਦੇ ਦਿਲ ਦੇ ਉੱਤੇ ਰਤਾ ਮੈਲ ਨਹੀਂ ਹੁੰਦੀ ਉਹ ਕੁਰਬਾਨ ਹੁੰਦੇ ਨੇ। ਜਿਨ੍ਹਾਂ ਦੇ ਮਨਾਂ ਦੇ ਵਿੱਚ ਖੋਟ ਹੁੰਦੀ ਹੈ ਉਹ ਆਪਣੀਆਂ ਕੁਰਸੀਆਂ ਸਥਾਪਿਤ ਕਰਨ ਵਾਸਤੇ ਆਪਣੀਆਂ ਕੌਮਾਂ ਦਾ ਵੀ ਘਾਣ ਕਰ ਦਿੰਦੇ ਨੇ। ਬਿਲਕੁਲ ਠੀਕ ਹੈ ਜੀ, ਬੜੀਆਂ ਵਧੀਆ ਸਟੇਟਮੈਂਟ ਦੇ ਨਾਲ ਤੁਸੀਂ ਕਲੋਜ਼ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਰੈਡ ਐਫਐਮ ਦੀ ਸਾਰੀ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।